ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਦਾ ਅਸੀਂ ਇੱਕ ਖਾਸ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਐਬਸਫੋਰਡ ਤੇ ਇਹਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਹੜ੍ਹਾਂ ਨੇ ਬਹੁਤ ਸਾਰਾ ਨੁਕਸਾਨ ਕੀਤਾ ਸੀ। ਉਸ ਹੜ੍ਹਾਂ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਸੀ। ਮੁਆਵਜ਼ਾ ਅਨਾਉਂਸ ਕਰ ਦਿੱਤਾ ਗਿਆ। ਇਸ ਵੇਲੇ ਉੱਥੇ ਦੀ ਕੀ ਹਾਲਤ ਆ, ਜਿਹੜੇ ਕਿਸਾਨ ਨੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ, ਉਹਨਾਂ ਦੀ ਮੰਗ ਕੀ ਆ, ਕਿੰਨੀਆਂ ਕੁ ਉਹਨਾਂ ਦੀਆਂ ਸਮੱਸਿਆਵਾਂ ਹੱਲ ਹੋਈਆਂ, ਇਹਦੇ ਸੰਬੰਧੀ ਇੱਕ ਬਹੁਤ ਵਿਸਥਾਰਪੂਰਵਕ ਰਿਪੋਰਟ ਸਾਡੇ ਨਿਊਜ਼ ਹੈਡ ਸ਼ੈਰੀ ਗੌਰਵਾ ਜੀ ਨੇ ਤਿਆਰ ਕੀਤੀ ਹੈ। ਉਹਨਾਂ ਨਾਲ ਉੱਥੇ ਜਾ ਕੇ ਫੀਲਡ ਦੇ ਵਿੱਚ ਜਾ ਕੇ ਉੱਥੇ ਗੱਲਬਾਤ ਕੀਤੀ ਹੈ ਕਿ ਕੀ ਹਾਲਾਤ ਨੇ ਤੇ ਕਿਸ ਤਰ੍ਹਾਂ ਉਹ ਮਹਿਸੂਸ ਕਰਦੇ ਨੇ। आओ देखते हैं शहरी गौरवा जी की ये खास रिपोर्ट। किसी समय जहां आबाद थी बहुत सारी बस्तियां, वहां पानी में चलती दिखी खूब सारी किश्तियां। यही हालात देखਣ ਨੂੰ ਮਿਲੇ ਸੀਗੇ ਜਿਸ ਵੇਲੇ ਨਵੰਬਰ 2021 ਦੇ ਵਿੱਚ ਐਬਸਫੋਰਡ ਦੇ ਇਲਾਕੇ ਦੇ ਵਿੱਚ ਪਾਣੀ ਭਰ ਗਿਆ ਸੀਗਾ। ਹੜ੍ਹ ਆਏ, ਹੜ੍ਹਾਂ ਨੇ ਤਬਾਹੀ ਮਚਾਈ। ਇਸ ਤਬਾਹੀ ਦਾ ਮੰਜ਼ਰ ਅਜਿਹਾ ਦੇਖਿਆ ਕਿ ਕੁਝ ਹੀ ਘੰਟਿਆਂ ਦੇ ਵਿੱਚ ਲੋਕ ਬੇਘਰ ਹੋ ਗਏ। ਬਿਨਾਂ ਕਿਸੇ ਵੀ ਉਹਨਾਂ ਨੂੰ ਸੁਚੇਤ ਕੀਤੇ, ਬਿਨਾਂ ਕਿਸੇ ਵੀ ਵਾਰਨਿੰਗ ਦੇ ਉਹਨਾਂ ਨੂੰ ਆਪਣੇ ਘਰ ਜਿਹੜੇ ਨੇ ਅਚਾਨਕ ਛੱਡਣੇ ਪਏ। ਘਰਾਂ ਦੇ ਘਰ ਤਬਾਹ ਹੋ ਗਏ, ਲੋਕਾਂ ਦੇ ਡੰਗਰ ਪਸ਼ੂ ਜਿੰਨੇ ਸੀਗੇ ਉਹ ਤਬਾਹ ਹੋ ਗਏ, ਫਾਰਮ ਤਬਾਹ ਹੋ ਗਏ, ਬੈਰੀਆਂ ਜਿਹੜੀਆਂ ਨੇ ਲਗਾਈਆਂ ਹੋਈਆਂ ਸੀ ਉਹ ਸਾਰੀਆਂ ਤਬਾਹ ਹੋ ਗਈਆਂ। ਉਹਨਾਂ ਦੇ ਲਈ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਸੀਗੀ ਵੀ ਹੁਣ ਸਰਕਾਰ ਇਹਨਾਂ ਤਮਾਮ ਲੋਕਾਂ ਦੀ ਬਾਂਹ ਕਦੋਂ ਫੜੇਗੀ ਤੇ ਇਹਨਾਂ ਵਾਸਤੇ ਕੀ ਜਿਹੜਾ ਹੈ ਰਾਹਤ ਕਾਰਜ ਇਹਨਾਂ ਵਾਸਤੇ ਦਿੱਤੇ ਜਾਣਗੇ। ਉਸ ਵੇਲੇ ਬਹੁਤ ਕੁਝ ਹੋਇਆ। ਨਵੰਬਰ ਦੇ ਵਿੱਚ ਅਸੀਂ ਦੇਖਿਆ ਕਿ ਕਮਿਊਨਿਟੀ ਨੇ ਕਾਫੀ ਸਾਥ ਦਿੱਤਾ। ਕਈ ਸੰਸਥਾਵਾਂ ਨੇ ਮਿਲ ਕੇ ਇਹਨਾਂ ਤੱਕ ਹਰ ਰਸਦ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਅਜੇ ਵੀ ਜਦੋਂ ਇੱਥੇ ਨੂੰ ਅਸੀਂ ਦੌਰਾ ਕਰਦੇ ਹਾਂ, 2022 ਚੜ੍ਹ ਚੁੱਕਿਆ। 2022 ਦੇ ਵਿੱਚ ਐਬਸਫੋਰਡ ਦਾ ਅੱਜ ਵੀ ਦੌਰਾ ਕਰਨ ਜਦੋਂ ਪਹੁੰਚੋਗੇ ਤਾਂ ਤੁਹਾਨੂੰ ਉਹ ਘਰ ਅੱਜ ਵੀ ਆਬਾਦ ਨਹੀਂ ਦਿਖਣਗੇ। ਅੱਜ ਵੀ ਉਹ ਜਿਹੜੇ ਬੇਘਰ ਹੋਏ ਲੋਕ ਨੇ ਉਹ ਆਪਣੇ ਘਰਾਂ ਦੀ ਮੁਰੰਮਤ ਵਿੱਚ ਲੱਗੇ ਹੋਏ ਨੇ। ਬੈਰੀਆਂ ਦੀਆਂ ਫਸਲਾਂ ਤਬਾਹ ਹੋਈਆਂ ਪਈਆਂ ਨੇ। ਡੰਗਰ ਪਸ਼ੂ ਜਿੱਥੇ ਚੱਲਦੇ ਸੀਗੇ ਉਹ ਵੀ ਅੱਜ ਜਿਹੜੇ ਨੇ ਆਪਣਾ ਰਹਿਣ ਬਸੇਰਾ ਫਿਰ ਤੋਂ ਉਵੇਂ ਹੀ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ। ਬਹੁਤ ਸਾਰਾ ਤਬਾਹ ਹੋ ਗਿਆ। ਪਰ ਇਸ ਵੇਲੇ ਸਰਕਾਰ ਨੇ ਅਨਾਊਂਸਮੈਂਟ ਕੀਤੀ। ਸਰਕਾਰ ਨੇ ਇਹਨਾਂ ਨੂੰ ਰਿਕਵਰੀ ਬੈਨੀਫਿਟ ਜਿਹੜਾ ਪਲਾਨ ਹੈ ਉਹਦੇ ਜ਼ਰੀਏ ਇਹਨਾਂ ਨੂੰ 228 ਮਿਲੀਅਨ ਜਿਹੜੀ ਹੈ ਉਹ ਰਾਹਤ ਰਾਸ਼ੀ ਐਲਾਨ ਇਹਨਾਂ ਵਾਸਤੇ ਕੀਤੀ ਹੈ, ਜਿਸ ਦੇ ਉੱਤੇ ਸਰਕਾਰ ਨੇ, ਫੈਡਰਲ ਸਰਕਾਰ ਤੇ ਸੂਬਾ ਸਰਕਾਰ ਨੇ ਮਿਲ ਕੇ ਆਪਣੀ ਪਿੱਠ ਥਪਥਪਾਈ ਹੈ ਕਿ ਅਸੀਂ ਉਹਨਾਂ ਵਾਸਤੇ ਬਹੁਤ ਵੱਡੀ ਜਿਹੜੀ ਅਨਾਊਂਸਮੈਂਟ ਕਰਨ ਜਾ ਰਹੇ ਹਾਂ ਤੇ ਉਹਨਾਂ ਵਾਸਤੇ ਜਿਹੜੀ ਹੈ 228 ਮਿਲੀਅਨ ਦੀ ਜਿਹੜੀ ਰਾਸ਼ੀ ਹੈ ਇਹ ਇਹਨਾਂ ਨੂੰ ਫਿਰ ਤੋਂ ਜਿਹੜੀ ਹੈ ਉਹੀ ਜ਼ਿੰਦਗੀ ਵਾਪਸ ਦੇ ਦੇਗੀ ਜਿਹੜੀ ਇਹਨਾਂ ਦੀ ਸੀਗੀ, ਜਿਹੜੀ ਬਹੁਤ ਸਾਲਾਂ ਤੋਂ ਇਹਨਾਂ ਨੇ ਕਮਾਈ ਹੋਈ ਸੀਗੀ। ਪਰ ਉਹ 228 ਮਿਲੀਅਨ ਦਾ ਜਿਹੜਾ ਰਾਸ਼ੀ ਜਿਹੜੀ ਅਨਾਊਂਸਮੈਂਟ ਕੀਤੀ ਹੈ ਉਹ ਰਾਸ਼ੀ ਕਿਵੇਂ ਲਗਾਈ ਜਾਏਗੀ ਤੇ ਕੀ ਇਹ ਕਿਸਾਨ ਜਿਹੜੇ ਨੇ, ਇਹ ਪਰਿਵਾਰ ਜਿਹੜੇ ਨੇ, ਜਿਹੜੇ ਤਬਾਹੀ ਦੇ ਮੰਜ਼ਰ ਤੇ ਪਹੁੰਚ ਗਏ ਨੇ, ਕੀ ਇਹ ਉਸ ਰਾਸ਼ੀ ਤੋਂ ਖੁਸ਼ ਨੇ? ਇਹਨਾਂ ਨੂੰ ਲੱਗਦਾ ਹੈ ਕਿ ਸਫੀਸ਼ੀਐਂਟ ਹੈ? ਔਰ ਕਿਵੇਂ, ਕਿਹੜੀ ਕੈਟਾਗਰੀ ਦੇ ਵਿੱਚ ਉਹ ਜਿਹੜੀ ਰਾਸ਼ੀ ਇਹਨਾਂ ਨੂੰ ਦਿੱਤੀ ਜਾਏਗੀ, ਅੱਜ ਇਹੀ ਜਾਣਨ ਦੇ ਲਈ ਇਹਨਾਂ ਦੇ ਕੋਲ ਅਸੀਂ ਪਹੁੰਚੇ ਹੋਏ ਹਾਂ ਐਬਸਫੋਰਡ ਦੇ ਵਿੱਚ। ਬਹੁਤ ਸਾਰੇ ਇੱਥੇ ਸਾਡੇ ਨਾਲ ਇਸ ਵੇਲੇ ਫਾਰਮਰ ਜੁੜੇ ਹੋਏ ਨੇ, ਉਹਨਾਂ ਨਾਲ ਗੱਲ ਕਰਾਂਗੇ ਜੀ। ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਾਂਗੇ। ਅਨਾਊਂਸਮੈਂਟ ਕੀਤੀ ਗਈ ਹੈ 228 ਮਿਲੀਅਨ ਡਾਲਰ ਦੀ ਰਾਹਤ ਰਾਸ਼ੀ ਦੀ, ਜਿਹਦੇ ਤੇ ਸਰਕਾਰ ਨੇ ਕਿਹਾ ਵੀ ਇਹ ਅਨਾਊਂਸਮੈਂਟ ਜਿਹੜੀ ਹੈ ਇਹ ਕਿਸਾਨਾਂ ਨੂੰ ਕਾਫੀ ਹੱਦ ਤੱਕ ਰਾਹਤ ਦੇਗੀ ਤੇ ਉਹਨਾਂ ਨੂੰ ਫਿਰ ਤੋਂ ਉਹਨਾਂ ਦੀਆਂ ਜ਼ਿੰਦਗੀਆਂ ਵਾਪਸ ਕਰਨ ਜਾ ਰਹੀ ਹੈ। ਤੁਹਾਨੂੰ ਕੀ ਲੱਗਦਾ? ਸਾਨੂੰ ਤਾਂ ਜੀ ਜਿੱਦਾਂ $8270 ਪਰ ਏਕੜ ਦੇ ਇਹਨਾਂ ਨੇ ਕਿਹਾ ਵਾ, ਤੇ ਜਿਹੜਾ ਕਿ 35 ਤੋਂ 40 ਹਜ਼ਾਰ ਡਾਲਰ ਏਕੜ ਦਾ ਖਰਚਾ ਸਾਡਾ ਰੀਪਲਾਂਟਿੰਗ ਦਾ ਆਉਣਾ ਵਾ, ਤੇ ਪਲੱਸ ਜਿਹੜੀ ਸਾਡੀ 10 ਤੋਂ 12 ਸਾਲ ਦੀ ਇਨਕਮ, ਜਿੱਥੇ ਅਸੀਂ ਅੱਜ ਖੜੇ ਸੀ, ਕਹਿ ਲਓ ਵੀ 14 ਨਵੰਬਰ ਨੂੰ ਖੜੇ ਸੀ, ਉਹ ਜਗ੍ਹਾ ਤੇ ਆਉਣ ਲਈ ਸਾਨੂੰ 12 ਸਾਲ ਲੱਗ ਜਾਣੇ, 10 ਤੋਂ 12 ਸਾਲ। ਤੇ ਉਹ ਸਾਡਾ ਜਿਹੜਾ ਘਾਟਾ ਉਹ ਕੌਣ ਪੂਰਾ ਕਰੂਗਾ, ਸਾਨੂੰ ਕੁਛ ਸਮਝ ਨਹੀਂ ਆ ਰਹੀ। ਤੇ $8200 ਨਾਲ ਤਾਂ ਇਹ ਇਕੱਲੀ ਪੱਟੀ ਜਾਊਗੀ, ਲੱਗਣੀ ਤਾਂ ਹੈ ਨਹੀਂ ਗੀ। ਤੁਹਾਨੂੰ ਵੀ ਪਤਾ ਅੱਜ ਦੇ ਟਾਈਮ 'ਚ ਮਹਿੰਗਾਈ ਕਿੰਨੀ ਆ, $2 ਨੂੰ ਤਾਂ ਡੀਜ਼ਲ ਹੀ ਹੋ ਗਿਆ। ਤੇ ਪਲੱਸ ਜਿਹੜਾ ਇਹਦਾ ਹੁਣ ਗਾਰਬੇਜ ਇਹਦੇ ਵਿੱਚੋਂ ਨਿਕਲਣਾ, ਉਹਦੇ ਵੀ ਅਸੀਂ ਪੈਸੇ ਪੇ ਕਰਦੇ ਹਾਂ ਤੇ ਜਾਂ ਕਰਨੇ ਆ, ਜਿਹੜੀਆਂ ਕਿ ਪਾਈਪਾਂ ਵੀ ਨਿਕਲਣੀਆਂ ਉਹ ਵੀ ਗਾਰਬੇਜ ਹੀ ਜਾਣੀਆਂ, ਉਹਨਾਂ ਨੂੰ ਆਪਾਂ ਕਿਤੇ ਦੱਬ ਜਾਂ ਸੱਟ ਤਾਂ ਸਕਦੇ ਨਹੀਂਗੇ। ਤੇ ਪਲੱਸ ਹੋਰ ਜਿਹੜਾ ਬਾਹਰੋਂ ਗਾਰਬੇਜ ਆਇਆ ਉਹਨੂੰ ਵੀ ਕੱਢਣਾ ਹਜੇ ਵਿੱਚੋਂ, ਤੇ ਕਾਫੀ ਜ਼ਿਆਦਾ ਕੰਮ ਆ। ਜਿਵੇਂ ਜਿਹੜਾ ਕੋਈ ਆਮ ਬੰਦਾ ਇਨਸਾਨ ਸੁਣਦਾ ਉਹ ਵੀ $228 ਮਿਲੀਅਨ ਤਾਂ ਛੋਟੀ ਜਿਹੀ ਪ੍ਰੇਰੀ ਆ, ਬਹੁਤ ਕੁਛ ਆ। ਪਰ ਇਹਦੇ ਵਿੱਚ ਬਹੁਤ ਕੈਟਾਗਰੀਆਂ ਆਉਂਦੀਆਂ, ਗਾਈਆਂ ਆਉਂਦੀਆਂ, ਪੈਗ ਆਉਂਦੇ ਆ, ਤੇ ਚਿਕਨ ਆਉਂਦਾ, ਤੇ ਆਪਣੇ ਕਹਿ ਲਓ ਵੀ ਬਹੁਤ ਫਾਰਮ ਆਉਂਦੇ ਆ। ਇਕੱਲੀ ਬਲੂਬੇਰੀ ਲਈ ਤਾਂ ਇਹ ਸਾਨੂੰ ਤਾਂ ਜਿਵੇਂ ਕਹਿ ਲਓ ਵੀ ਇੱਕ ਕਿਸਮ ਦੀ ਥਾਪੀ ਹੋਈ ਦਿੱਤੀ ਆ, ਬਸ $8000 ਨਾਲ ਤਾਂ ਕੁਛ ਵੀ ਨਹੀਂ ਬਣਨਾ ਸਾਡਾ। ਹਾਂਜੀ।
ਜਸਵੰਤ ਜੀ, ਤੁਹਾਡੇ ਘਰ ਦਾ ਸੀ ਦੌਰਾ, ਉਸ ਵੇਲੇ ਵੀ ਸਾਰਿਆਂ ਦੇ ਘਰਾਂ ਦੇ ਵਿੱਚ ਅਸੀਂ ਗਏ ਸੀਗੇ ਤੇ ਉਹ ਤਬਾਹੀ ਅਸੀਂ ਦੇਖੀ। ਅੱਜ ਵੀ ਜਦੋਂ ਪਹੁੰਚੇ ਅਸੀਂ ਤੁਹਾਡੇ ਤੱਕ, ਤਾਂ ਤੁਸੀਂ ਅੱਜ ਵੀ ਘਰਾਂ ਦੀ ਮੁਰੰਮਤ ਹੀ ਕਰਦੇ ਦਿਖਾਈ ਦੇ ਰਹੇ ਹੋ। ਕਾਫੀ ਮਹੀਨੇ ਬੀਤ ਚੁੱਕੇ ਸੀਗੇ। ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਹੈਗਾ ਵੀ ਕਿ ਕੋਈ ਟਾਈਮ ਇੱਥੇ ਆਬਾਦੀ ਜਿਹੜੀ ਹੈ ਬਸਤੀਆਂ ਵੱਸਦੀਆਂ ਸੀਗੀਆਂ ਤੇ ਅਚਾਨਕ ਇੱਕ ਇਹੋ ਜਿਹਾ ਹਨੇਰੀ ਆਈ ਕਿ ਪਾਣੀ ਦੀਆਂ ਕਿਸ਼ਤੀਆਂ ਵੀ ਅਸੀਂ ਚੱਲਦੀਆਂ ਦੇਖੀਆਂ ਨਵੰਬਰ 'ਚ। ਪਾਣੀ ਨਿਕਲ ਚੁੱਕਾ ਹੈ, ਪਰ ਤੁਹਾਡੇ ਘਰਾਂ ਦਾ ਜੋ ਹਾਲ ਹੋਇਆ ਪਿਆ ਉਹ ਬੇਹਾਲ ਹੈ। ਸਰਕਾਰੀ ਰਾਹਤ ਰਾਸ਼ੀ ਦੀ ਇੰਤਜ਼ਾਰ ਤੁਸੀਂ ਕਰ ਰਹੇ ਸੀਗੇ, ਅੱਜ ਅਨਾਉਂਸਮੈਂਟ ਹੋ ਗਈ ਹੈ 228 ਮਿਲੀਅਨ ਡਾਲਰ। ਜਿਵੇਂ ਕਿ ਅਸੀਂ ਗੱਲ ਕੀਤੀ ਤੇ ਬਾਈ ਜੀ ਹੋਰਾਂ ਨੇ ਦੱਸਿਆ ਹੈਗਾ ਵੀ ਸਾਡੇ ਵਾਸਤੇ ਜਿਹੜਾ ਉਹ ਕਿੰਨਾ ਹਜੇ ਵੀ ਔਖਾ ਹੀ ਸਮਾਂ ਨਿਕਲੇਗਾ। ਇਹ ਰਾਸ਼ੀ ਜਿਹੜੀ ਹੈ ਇਹ ਨਾਕਾਫੀ ਹੈ। ਤੁਹਾਨੂੰ ਕੀ ਲੱਗਦਾ ਇਸ ਬਾਬਤ? ਹਾਂਜੀ, ਇਹ ਗੁੰਝਲਦਾਰ ਬਹੁਤ ਹੈਗੀ ਆ ਰਿਪੋਰਟ। ਇਹਦੇ ਵਿੱਚ ਹੁਣ ਜਿਵੇਂ ਉਹਨਾਂ ਨੇ $8270 ਪਹਿਲਾਂ ਉਹਨਾਂ ਨੇ ਦੇ ਦੇਣੇ ਆ ਹਰੇਕ ਫਾਰਮਰ ਨੂੰ ਪਰ ਏਕੜ। ਜਿਹੜੀ ਦੂਜੀ ਰਾਸ਼ੀ ਹੈਗੀ ਆ ਉਹਦੇ ਵਿੱਚ ਬਹੁਤ ਉਹਨਾਂ ਦੇ ਕਾਲਮ ਹੈਗੇ ਆ ਵੀ ਤੁਸੀਂ ਬਿੱਲ ਲੈ ਕੇ ਆਓ। ਅਸੀਂ ਪਹਿਲਾਂ ਇਹੀ ਚੀਜ਼ ਦਾ ਰੌਲਾ ਅਸੀਂ ਬਹੁਤ ਵਾਰੀ ਟੀਵੀ ਤੇ ਪਾਇਆ ਘਰਾਂ ਬਾਰੇ ਵੀ। ਹੁਣ 1 ਏਕੜ ਤੇ $34,000 ਦੀ ਰਿਪੋਰਟ ਸਾਡੀ ਕੌਂਸਲ ਨੇ ਇਹਨਾਂ ਨੂੰ ਦਿੱਤੀ ਹੈ ਵੀ ਕਾਸਟ। ਉਹ ਸਾਰੀ ਬ੍ਰੇਕਡਾਊਨ ਕਰਕੇ ਦਿੱਤੀ ਆ। ਉਹਦੇ ਵਿੱਚ ਕੋਈ ਹਿਡਨ ਨਹੀਂ ਗੀ ਚੀਜ਼ ਵੀ ਪੋਲ ਕਿੰਨੇ ਦੇ ਲੱਗਣੇ ਆ, ਬੂਰਾ ਪੈਣਾ, ਇਰੀਗੇਸ਼ਨ ਪਾਈਪਾਂ, ਡ੍ਰਿਪ ਲਾਈਨ ਆ, ਸਾਰਾ ਕੁਛ, ਜਾਂ ਪ੍ਰੈਪ ਕਰਨ ਤੇ ਕਿੰਨੀ ਕਾਸਟ ਆਉਂਦੀ ਆ। ਉਹ ਐਗਰੀਕਲਚਰ ਮਿਨਿਸਟਰ ਨੂੰ ਦਿੱਤੀ ਸੀ, ਉਹਨਾਂ ਨੇ ਉਹ 'ਤੇ ਸਟੱਡੀ ਵੀ ਕੀਤੀ ਹੈ, ਸਾਰਾ ਕੁਛ ਹੈ। ਇਹ ਜਿਹੜਾ ਇਹਨਾਂ ਨੇ $8200 ਦਿੱਤਾ, ਉਹ ਪਤਾ ਨਹੀਂ, ਇਹ ਮੈਨੂੰ ਲੱਗਦਾ ਅੱਜ ਤੋਂ 25-30 ਸਾਲ ਪਹਿਲਾਂ ਦੀ ਇਹਨਾਂ ਦੀ ਕੋਈ ਗਾਈਡਲਾਈਨ ਆ। ਉਹ ਹਿਸਾਬ ਨਾਲ ਉਹਨਾਂ ਨੇ ਫਾਰਮਰ ਘਾਹ ਵਾਲਿਆਂ ਨੂੰ ਜਿਵੇਂ $25000 43 ਆਈ ਥਿੰਕ, ਗਾਰਲਿਕ ਨੂੰ $25000 ਪਰ ਏਕੜ ਦਿੱਤਾ, ਤੇ ਟਿਊਲਿਪਸ ਨੂੰ ਵੀ $43,000 ਦਿੱਤਾ, ਕਿਸੇ ਨੂੰ $95,000 ਪਰ ਏਕੜ ਦਿੱਤਾ। ਹੁਣ ਸਾਨੂੰ ਕਿਸੇ ਨਾਲ ਜੈਲਸ ਨਹੀਂ ਗੀ ਜੀ ਵੀ ਉਹ ਕਿਸੇ ਨੂੰ ਉਹਨਾਂ ਦੀ ਕਾਸਟ ਉਨੀ ਹੋਣੀ ਆ, ਉਹਨਾਂ ਨੇ ਪੇ ਕਰਤੇ। ਪਰ ਇਹਨਾਂ ਨੂੰ ਆਪਦੇ ਪ੍ਰੋਗਰਾਮ ਚੇਂਜ ਕਰਨੇ ਚਾਹੀਦੇ ਆ। ਹੁਣ ਜਿਵੇਂ ਸਬਜ਼ੀਆਂ ਵਾਲੇ ਬੰਦੇ ਆ, ਹੁਣ ਉਹਨਾਂ ਨੂੰ $70 ਇਹਨਾਂ ਨੇ ਪਰ ਏਕੜ ਦਿੱਤੇ ਆ। ਉਹ $70 ਤਾਂ ਉਹਨਾਂ ਦੀ ਸੋਇਲ ਵੀ ਨਹੀਂ ਟੈਸਟ ਹੋਣੀ ਵੀ ਕਿਹੜੇ ਹਿਸਾਬ ਨਾਲ ਇਹਨਾਂ ਨੇ ਉਹਨਾਂ ਨੂੰ $70 ਦਿੱਤੇ, ਹੈ ਨਾ। ਵੀ ਹੁਣ ਖਰਚਾ ਤਾਂ ਉਹਨਾਂ ਦਾ ਵੀ ਹੋਇਆ ਸੀਗਾ, ਕਿੰਨਾ ਉਹਨਾਂ ਦੀ ਕਾਸਟ ਆਉਣੀ ਆ। ਹੁਣ ਜਿਵੇਂ ਇਵੇਂ ਸਾਡਾ ਹੈਗਾ ਜੀ, ਅਸੀਂ ਇਸੇ ਗੱਲ ਤੋਂ ਆ, ਜੇ ਸਾਨੂੰ ਇਹ ਬਿੱਲ ਲਿਆਉਣ ਨੂੰ ਕਹਿੰਦੇ ਆ, ਹੁਣ ਅਸੀਂ ਆਪਦੀ ਪੋਕਟ 'ਚੋਂ ਇੰਨੇ ਪੈਸੇ ਪਾ ਕੇ ਅਸੀਂ ਕਿਵੇਂ ਖਰਚਾ ਕਰਕੇ ਬੇਰੀ ਲਾ ਲਾਂਗੇ ਜੀ। ਜਿਹੜੀ ਵੀ ਅਸੀਂ ਚੀਜ਼ ਆਰਡਰ ਕਰਨੀ ਆ ਉਹ ਪਹਿਲਾਂ ਡਿਪੋਜ਼ਿਟ ਮੰਗਦੇ ਆ। ਹੁਣ ਗਵਰਨਮੈਂਟ ਦੀਆਂ ਕੀ ਘੁੰਡੀਆਂ ਹੈਗੀਆਂ ਉਹਦੇ ਵਿੱਚ ਵੀ ਕਿਉਂ ਇਹ ਚੀਜ਼ ਕੀਤੀ ਆ, ਇਹਦੇ ਬਾਰੇ ਅਸੀਂ 605 ਦੇ ਵਿੱਚ ਹੈਗੇ ਆ ਵੀ ਸਾਨੂੰ ਕਲੀਅਰ ਕੱਟ ਇਹਨਾਂ ਨਾਲ ਗੱਲ ਕਰਨੀ ਪੈਣੀ ਆ। ਹਾਂਜੀ ਜੀ, ਤੁਹਾਨੂੰ ਕੀ ਲੱਗਦਾ ਹੈ ਇਹ ਕਨਫਿਊਜ਼ਨ ਵਾਲਾ ਜਿਹੜੀ ਰਾਹਤ ਰਾਸ਼ੀ ਅਨਾਉਂਸ ਹੋ ਗਈ ਹੈ, ਤੁਹਾਡੇ ਆਪਣੇ ਨੁਕਤੇ ਜਿਹੜੇ ਨੇ ਇਸ ਬਾਬਤ ਕੀ ਕਹਿੰਦੇ ਨੇ? ਹਾਂਜੀ, ਇਹਦੇ 'ਚ ਕਨਫਿਊਜ਼ਿੰਗ ਤਾਂ ਹੈਗੀ ਆ, ਕਿਉਂਕਿ ਪਹਿਲੀ ਗੱਲ ਤਾਂ ਜਿਹੜੇ ਇਹ ਬਿੱਲ ਮੰਗਦੇ ਆ, ਬਿੱਲ ਹੁਣ ਦੇਵਾਂਗੇ ਕਿੱਥੋਂ ਜਦੋਂ ਪੈਸਾ ਹੀ ਜੇਬ 'ਚ ਹੈ ਨਹੀਂ ਗਾ। ਕਿਉਂਕਿ ਹੁਣ ਜੇ ਤੁਸੀਂ ਪਲਾਂਟ ਵੀ ਆਰਡਰ ਕਰਨੇ ਆ, 25% ਉਹ ਡਿਪੋਜ਼ਿਟ ਮੰਗਦੇ ਆ। 25% ਡਿਪੋਜ਼ਿਟ, ਹੁਣ ਪਲਾਂਟ ਇਹ ਤਾਂ ਹੈ ਨਹੀਂ ਵੀ 10 ਜਾਂ 12 ਪਲਾਂਟ ਚਾਹੀਦੇ ਆ ਵੀ ਬੰਦਾ ਲੈ ਲੂ। ਹੁਣ ਏਕੜ 'ਚ 2000 ਤੋਂ ਉੱਪਰ ਪਲਾਂਟ ਲੱਗਦਾ, ਤੇ ਉਹਦੀ ਕਾਸਟ ਜੇ ਅਮਰੀਕਾ ਤੋਂ ਕਰਦੇ ਆ ਤਾਂ $5 ਦੇ ਨੇੜ ਕਾਸਟ ਪੈਂਦੀ ਹੈ ਪਰ ਪਲਾਂਟ, ਤੇ ਉਹਦੀ 25% ਕਿੰਨੀ ਕਾਸਟ ਬਣ ਜਾਊਗੀ ਜਿਹੜੀ ਡਿਪੋਜ਼ਿਟ ਦੇਣੀ ਹੈ। ਫਿਰ ਉਹ 2 ਸਾਲ ਜਾਂ 3 ਸਾਲ ਪਲਾਂਟ ਨਹੀਂ ਮਿਲਣੇ, ਤੇ ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਪ੍ਰਪੇਅਰ ਕਰਨਾ ਜ਼ਮੀਨ ਨੂੰ। ਹੁਣ 8000 ਨਾਲ ਤਾਂ ਸਿਰਫ ਇਹ ਦੇਵ ਦੇ ਕਹਿਣ ਵਾਂਗੂ ਪੱਟੀ ਜਾਊਗੀ, ਹੋਰ ਕੁਛ ਨਹੀਂ ਹੁੰਦਾ ਜਿਹੜਾ $8200 ਦੇ ਰਹੇ ਆ ਇਹਦੇ, ਤੇ ਇਸ ਤੋਂ ਬਾਅਦ ਤਾਂ ਇਹਨਾਂ ਪੈਸਿਆਂ ਨਾਲ ਕੁਛ ਨਹੀਂ ਹੋਣਾ। ਇਹਨਾਂ ਪੈਸਿਆਂ ਨਾਲ ਕੁਝ ਨਹੀਂ ਹੋਣਾ। ਤੇ ਜਿਵੇਂ ਦੇਵ ਜੀ ਤੁਸੀਂ ਦੱਸਿਆ ਵੀ ਸਾਨੂੰ ਜਿਵੇਂ ਜਿਹੜੀ ਏਕੜ ਦੇ ਹਿਸਾਬ ਨਾਲ ਤੁਸੀਂ ਨਾਪ ਤੋਲ ਹਰ ਕਿਸੇ ਨੇ ਆਪਣੀ ਬੈਰੀ ਦਾ ਕੀਤਾ ਸੀਗਾ। ਹੁਣ ਬੈਰੀ ਵਾਸਤੇ ਉਹ ਕਹਿੰਦੇ ਨੇ ਕਿ ਹੋਰ ਜਿੰਨੀ ਵੀ ਬਣਦੀ ਜਿਹੜੀ ਚੀਜ਼ ਹੈ ਉਹ ਜਦੋਂ ਉਹਨਾਂ ਤੱਕ ਪਹੁੰਚਾ ਦਿੱਤੀ ਜਾਏਗੀ, ਉਹਦੇ 'ਚ ਵੀ ਹੈਲਪ ਕਰਨਗੇ। ਸਪੈਸ਼ਲ ਕਮੇਟੀ ਬਣਾਈ ਗਈ ਹੈ ਵੀ ਇੱਕ ਰਿਵਿਊ ਕਮੇਟੀ, ਉਹ ਆਈ ਥਿੰਕ ਪਹਿਲਾਂ ਵੀ ਇਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਸੀਗੀ ਵੀ ਉਹ ਕਮੇਟੀ ਵੀ ਸਾਰਾ ਜਾਇਜ਼ਾ ਲਏਗੀ ਤੇ ਉਸ ਦੇ ਬਿਹਾਫ ਦੇ ਉੱਤੇ ਵੀ ਰਿਪੋਰਟ ਸਰਕਾਰ ਦੇ ਕੋਲ ਸਾਰੀ ਜਾਏਗੀ, ਤੇ ਉਸ ਬਿਹਾਫ ਤੇ ਹੋਰ ਮਦਦ ਦੀ ਲੋੜ ਪਈ ਤਾਂ ਅਸੀਂ ਕਰਾਂਗੇ। ਸੋ ਹੁਣ ਤੱਕ ਤੁਹਾਨੂੰ ਇਸ ਬਾਬਤ ਕੁਝ ਸਮਝ ਆ ਰਹੀ ਹੈ ਵੀ ਕੋਈ ਅਗਲਾ ਖਾਕਾ ਤੁਸੀਂ ਤਿਆਰ ਕੀਤਾ ਹੈਗਾ? ਨਹੀਂ ਜੀ, ਸਾਨੂੰ ਇਹਦੇ ਬਾਰੇ ਤਾਂ ਕੁਛ ਨਹੀਂ ਪਤਾ, ਤੇ ਅਸੀਂ ਤਾਂ ਇਹ ਚੀਜ਼ ਕਹਿੰਦੇ ਆ ਸਾਨੂੰ ਪੈਸੇ ਨਾ ਪੇ ਕਰਨ, ਸਾਨੂੰ ਸਮਾਨ ਲੈ ਕੇ ਦੇ ਦੇਣ, ਤੇ ਪਲੱਸ ਜਿਹੜੀ ਐਂਡ ਦਾ ਡੇ ਖੇਤ ਤਿਆਰ ਕਰਨ ਦੀ ਆ ਉਹਦੀ ਅਸੀਂ ਇਨਵੋਇਸ ਦੇ ਦਾਂਗੇ ਜਿਹਤੋਂ ਅਸੀਂ ਕਰਾਉਣਾ ਵਾ ਰੈਡੀ ਇਹ, ਤੇ ਸਾਨੂੰ ਸਮਾਨ ਲੈ ਕੇ ਦੇ ਦੇਣ। ਅਸੀਂ ਤਾਂ ਵਿੱਚੋਂ ਨਿਕਲਣਾ ਹੀ ਚਾਹੁੰਦੇ ਆ। ਸਾਨੂੰ ਸਮਾਨ ਚੁਕਾ ਦੇਣ, ਐਲੀਗੇਸ਼ਨ ਚੁਕਾ ਦੇਣ, ਪੋਸਟ ਚੁਕਾ ਦੇਣ। ਉਹ ਤਾਂ ਪਤਾ ਹੀ ਆ ਵੀ ਏਕੜ ਦੇ ਵਿੱਚ ਕਿੰਨੀ ਐਲੀਗੇਸ਼ਨ ਪੈਣੀ ਆ, ਉਹ ਤਾਂ ਸਾਰੇ ਜਾਇਜ਼ੇ ਲਏ ਹੋਏ ਆ, ਰਾਈਟ। ਤੇ ਇਹਨਾਂ ਨੂੰ ਸਾਨੂੰ ਤਾਂ ਲੋੜ ਨਹੀਂ, ਪੈਸੇ ਸਾਨੂੰ ਦੇਣ ਹੀ ਨਾ, ਸਾਨੂੰ ਤਾਂ ਸਮਾਨ ਲੈ ਦੇਣ, ਅਸੀਂ ਆਪਦੇ ਰੀਪਲਾਂਟਿੰਗ ਕਰ ਲਾਂਗੇ। ਹਾਂਜੀ, ਸਾਡੀ ਇਹੀ ਆ ਜੀ।
ਸਮਾਨ ਲੈ ਦੇਣ, ਠੀਕ ਹੈ ਜਸਵੰਤ ਜੀ। ਹੁਣ ਬੇਸ਼ੱਕ ਚਲੋ 228 ਮਿਲੀਅਨ ਦਾ ਕਰ ਦਿੱਤਾ ਅਨਾਉਂਸ, ਉਹਨੂੰ ਕਿਹੜੀ ਕਿਹੜੀ ਕੈਟਾਗਰੀ ਦੇ ਵਿੱਚ ਵੰਡਿਆ ਜਾ ਰਿਹਾ ਹੈਗਾ ਤੇ ਕਿਵੇਂ ਉਹ ਕਿਹੜੀ ਕੈਟਾਗਰੀ ਦੇ ਵਿੱਚ ਤੁਹਾਡੇ ਤੱਕ ਪਹੁੰਚੂਗੀ ਰਾਸ਼ੀ ਜਿਹੜੀ ਹੈ ਉਹਦੇ ਸੰਬੰਧੀ ਜਿਹੜੀ ਹੈ ਸਾਰੀ ਕਲੀਅਰੈਂਸ ਹੈਗੀ ਹੈ ਤੁਹਾਨੂੰ? ਨਹੀਂ, ਜਿੰਨੀ ਕੁ ਅਸੀਂ ਰਿਪੋਰਟ ਪੜ੍ਹੀ ਹੈ ਜੀ, ਸਾਡੀ ਕੌਂਸਲ ਉਹ 'ਤੇ ਵਰਕ ਕਰ ਰਹੀ ਆ ਹਜੇ 101%। ਨਾ ਤਾਂ ਐਗਜ਼ੈਕਟਲੀ ਅਸੀਂ ਗਵਰਨਮੈਂਟ ਨੂੰ ਬਲੇਮ ਕਰ ਸਕਦੇ ਹਾਂ ਇਸ ਵਿੱਚ ਜੀ। ਜਿਹੜੀ ਹੁਣ ਰਾਸ਼ੀ ਵੰਡੀ ਗਈ ਹੈ, ਜਿਵੇਂ ਉਹਦੇ ਵਿੱਚ ਡਿਟੇਲ ਦੇ ਵਿੱਚ ਇੰਨਾ ਕੁ ਜ਼ਰੂਰ ਦੱਸਿਆ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਗਾਰਲਿਕ ਵਾਲੇ ਆ ਗਏ, ਸੌੜ ਵਾਲੇ ਆ ਗਏ, ਡੇਅਰੀ ਫਾਰਮ ਆ, ਚਿਕਨ ਫਾਰਮ ਆ, ਵਾਈਨਰੀ ਆ, ਗ੍ਰੇਪਸ ਆ, ਬਹੁਤ ਜ਼ਿਆਦਾ ਜਾਣੀ ਦੀ ਕੈਟਾਗਰੀਜ਼ ਹੈਗੀਆਂ। ਅਤੇ ਉਹ ਇਸ ਏਰੀਏ ਦੇ ਵਿੱਚ ਉਹ ਸਾਰਿਆਂ ਨੂੰ ਉਹਨਾਂ ਦਾ ਪੈਸਾ ਪਰ ਏਕੜ ਦੇ ਹਿਸਾਬ ਨਾਲ ਜੋ ਜੋ ਇਹਨਾਂ ਨੇ ਕੀਤਾ ਉਸ ਹਿਸਾਬ ਨਾਲ ਤਾਂ ਮਿਲਣਾ ਚਾਹੀਦਾ। ਗਵਰਨਮੈਂਟ ਜਿਵੇਂ ਦੇਖਿਆ ਹੁਣ ਮੀਡੀਆ ਦੇ ਵਿੱਚ ਵੀ ਜਾਂ ਸਾਰੇ ਵੀ ਜਾਂ ਲੋਕ ਵੀ ਸੁਣਦੇ ਆ ਵੀ ਪ੍ਰਾਊਡ ਫੀਲ ਕਰਦੀ ਹੈ ਜੀ ਅਸੀਂ 228 ਮਿਲੀਅਨ ਡਾਲਰ ਦਿੱਤਾ ਜੀ। ਪਹਿਲੀ ਮੇਰੇ ਹਿਸਾਬ ਨਾਲ ਤਾਂ ਜੀ ਇਹਨਾਂ ਨੇ ਬਿਲੀਅਨ ਡਾਲਰਾਂ ਦਾ ਤਾਂ ਗਵਰਨਮੈਂਟ ਨੇ ਟੈਕਸ ਪੇਅਰ ਮਨੀ ਖਰਾਬ ਕੀਤੀ ਹੈ ਜੀ। ਜੇ ਹੁਣ ਡਾਈਕ ਨਾ ਟੁੱਟਦੀ ਤਾਂ ਇੰਨਾ ਨੁਕਸਾਨ ਹੋਣਾ ਹੀ ਨਹੀਂ ਸੀ। ਹੁਣ 14 ਨਵੰਬਰ ਤੋਂ ਪਹਿਲਾਂ ਜੀ ਮੈਨੂੰ ਇੱਥੇ 31 ਸਾਲ ਹੋ ਗਏ ਆਏ ਨੂੰ, ਕਿਤੇ ਵੀ ਜੇ ਮੈਂ ਟੀਵੀ ਤੇ ਆ ਕੇ ਗਵਰਨਮੈਂਟ ਬਾਰੇ ਜਾਂ ਮੈਂ ਕਿਸੇ ਫੰਡਿੰਗ ਬਾਰੇ ਜਾਂ ਮੈਂ ਕਿਸੇ ਸਟ੍ਰਾਈਕ ਬਾਰੇ ਕਿਤੇ ਗੱਲ ਕੀਤੀ ਹੋਵੇ ਜੀ, ਸਾਡਾ ਤਾਂ ਮਤਲਬ ਹੀ ਨਹੀਂ ਸੀ। ਅਸੀਂ ਤਾਂ ਆਪਦੀ ਰੋਟੀ ਪਾਣੀ ਖਾਂਦੇ ਸੀ, ਆਪਦੇ ਘਰੇ ਸੀ। ਹੁਣ ਲਾਸੂਟ ਜਿਨ੍ਹਾਂ ਲੋਕਾਂ ਨੇ ਕੀਤਾ ਉਹ ਦੱਸਦੇ ਹੈਗੇ, ਉਹ ਲੋਅਰ ਕਹਿੰਦੇ ਆ ਵੀ ਇਹ ਗਵਰਨਮੈਂਟ ਦੀ 100% ਮਿਸਟੇਕ ਆ, ਉਹਨਾਂ ਕੋਲ ਰਿਪੋਰਟਾਂ ਸਾਰੀਆਂ। ਹੁਣ ਜਿਹੜੀ ਡਾਈਕ ਟੁੱਟੀ ਸੀਗੀ ਉਹ ਅਸੀਂ CTV ਨੂੰ ਤੇ ਗਲੋਬਲ ਨਿਊਜ਼ ਨੂੰ ਵੀਡੀਓ ਭੇਜੀਆਂ ਸੀ, ਉਹ ਸ਼ੋਅ ਨਹੀਂ ਕੀਤੀਆਂ ਉਹਨਾਂ ਨੇ। ਸਾਡੇ ਫੋਨਾਂ ਦੇ ਵਿੱਚ ਅੱਜ ਵੀ ਵੀਡੀਓ ਹੈਗੀਆਂ ਡਾਈਕ ਟੁੱਟੀ ਦੀਆਂ। ਇਹ ਅੱਜ ਹੁਣ ਗਵਰਨਮੈਂਟ ਸਾਨੂੰ ਇਸ ਹਿਸਾਬ ਨਾਲ ਇਹ ਫੰਡਿੰਗ ਕਰ ਰਹੀ ਹੈਗੀ ਆ ਵੀ ਜਿੰਨਾ ਤੁਹਾਡਾ ਬਣਦਾ ਅਸੀਂ ਤੁਹਾਨੂੰ ਦੇ ਰਹੇ ਹਾਂ ਦਿਸ ਐਂਡ ਦੈਟ। ਅਸੀਂ ਭੀਖ ਤਾਂ ਮੰਗ ਨਹੀਂ ਰਹੇ ਜੀ। ਸਾਡਾ ਨੁਕਸਾਨ ਕੀਤਾ ਇਹਨਾਂ ਨੇ ਵੀ ਸਾਨੂੰ ਬੰਦਿਆਂ ਨੂੰ ਆ ਕੇ ਸਾਡੇ ਨਾਲ ਗੱਲ ਕਰਨ ਬੈਠਣ। ਅਸੀਂ ਬਹੁਤ ਵਾਰੀ ਰਿਕੁਐਸਟ ਕੀਤੀ ਹੈ ਐਗਰੀਕਲਚਰ ਮਿਨਿਸਟਰ ਨੂੰ, ਤੁਹਾਡੇ ਜ਼ਰੀਏ ਵੀ ਕਰਦੇ ਹਾਂ ਵੀ ਉਹ ਸਾਡੇ ਆ ਕੇ ਘਰ-ਬਾਰ ਤੇ ਸਾਡੇ ਫਾਰਮ ਤਾਂ ਦੇਖਣ ਜੀ, ਵੀ ਉਹਦੇ ਵਿੱਚ ਅਸੀਂ ਕੋਈ ਫੇਕ ਤਾਂ ਇਹ ਹੈ ਨਹੀਂ ਗੀ ਚੀਜ਼ ਵੀ ਅਸੀਂ ਉੱਦਾਂ ਹੀ ਕਹੀ ਜਾਂਦੇ ਹਾਂ। ਹੁਣ ਜਿਹੜੀ ਕ੍ਰੌਪ ਇੰਸ਼ੋਰੈਂਸ ਆ ਜਾਂ ਕੁਛ ਆ, ਹੁਣ ਉਹਨਾਂ ਕੋਲੇ ਜਾਂਦੇ ਆ, ਕਿਸੇ ਬੰਦੇ ਕੋਲੇ ਹੈ ਨਹੀਂ ਜੀ। ਲੋਕ ਅਪਸੈਟ ਹੋ ਕੇ ਆਏ ਜਦੋਂ ਉਹ ਬਾਂਹ ਨਹੀਂ ਫੜਦੇ ਜੀ, ਅਮਾਊਂਟ ਲੈ ਲੈਂਦੇ ਆ ਇੰਸ਼ੋਰੈਂਸਾਂ ਦਾ। ਹਰੇਕ ਬੰਦੇ ਨੂੰ ਪਤਾ ਜੀ ਜਦੋਂ ਇੰਸ਼ੋਰੈਂਸ ਕਰਾਉਣੀ ਆ ਉਦੋਂ ਹੋਰ ਹੁੰਦੇ ਆ, ਜਦੋਂ ਕੋਈ ਆਪਣੇ ਤੇ ਕਲੇਮ ਪੈਂਦਾ ਉਦੋਂ ਫਿਰ ਉਹ ਡਿਫਰੈਂਟ ਤਰੀਕੇ ਨਾਲ ਕਰਦੇ ਹੈਗੇ। ਕਿਸੇ ਬੰਦੇ ਨੂੰ ਇੱਥੇ ਫੀਲਡ ਦੇ ਵਿੱਚ ਮੈਂ ਸਾਰਿਆਂ ਨਾਲ ਗੱਲ ਕੀਤੀ, ਕ੍ਰੌਪ ਇੰਸ਼ੋਰੈਂਸ ਨੇ ਕੁਛ ਪੇ ਨਹੀਂ ਕੀਤਾ ਅੱਜ ਤਾਈਂ। ਹਾਂਜੀ, ਹੁਣ ਮੇਰੀ ਕ੍ਰੌਪ ਇੰਸ਼ੋਰੈਂਸ ਹੈਗੀ ਆ, ਉਹ ਕੀ ਉਹ ਦੇਣਗੇ? ਹੁਣ ਉਹਨਾਂ ਨੂੰ ਬੁਲਾਵਾਂਗੇ, ਕਰਾਂਗੇ ਰਿਪੋਰਟ ਚੈੱਕ ਕਰਨਗੇ ਫਾਰਮ ਆ ਕੇ। ਇਹ ਅਸੀਂ ਤਾਂ ਦੁਖੀ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਹੈਗੇ ਜੀ। ਜਿਹੜੇ ਹਿਸਾਬ ਨਾਲ ਇਹਨਾਂ ਨੇ ਇਹ ਬੰਡਲ ਪੇਸ਼ ਕੀਤਾ ਹੈਗਾ, ਕਿੰਨੇ % ਦਿੰਦੇ ਆ, ਅਸੀਂ ਐਂ ਨਹੀਂ ਕਹਿੰਦੇ ਵੀ ਸਾਨੂੰ ਨਹੀਂ ਦਿੰਦੇ ਜੀ, ਪਰ ਉਹ ਜੇ ਸਾਨੂੰ ਦੇਣਾ ਹੀ ਆ ਜੀ, ਜਿਵੇਂ ਵੀ ਉਹ ਤੜਫਾ ਕੇ ਕਾਹਤੋਂ ਦੇ ਰਹੇ ਆ ਜੀ। ਇਹਨਾਂ ਨੂੰ ਪਤਾ ਹੈਗਾ ਜੀ, ਪਹਿਲਾਂ ਵੀ ਦੱਸਿਆ ਕੋਈ ਹਿਡਨ ਪ੍ਰਾਈਸ ਤਾਂ ਹੈ ਹੀ ਨਹੀਂ ਇਹਦੇ ਵਿੱਚ। ਇਹ ਸਾਡੀ ਏਕੜ ਦੀ ਕੋਸਟ ਕਰ ਲੈਣ ਸਾਡੇ ਨਾਲ ਵੀ ਇੰਨੀ ਕੋਸਟ ਆਉਣੀ ਆ। ਜੇ ਕੋਈ ਬੰਦਾ ਬੇਰੀ ਨਹੀਂ ਵੀ ਲਾਉਂਦਾ, ਫਾਰ ਐਗਜ਼ਾਮਪਲ ਵੀ ਗਵਰਨਮੈਂਟ ਕਹੇ ਵੀ ਇਹ ਇਕੱਠੇ ਪੈਸੇ ਲੈ ਕੇ ਕਿਤੇ ਹੋਰ ਵਰਤ ਲੈਣਗੇ ਜਾਂ ਕੁਛ ਕਰ ਲੈਣਗੇ, ਉਹ ਬੰਦੇ ਨੇ ਕੰਡੀਸ਼ਨ ਰੱਖਣੀ ਚਾਹੀਦੀ ਆ, ਉਹਦੇ ਨਾਲ ਰਿਟਨ 'ਚ ਸਾਈਨ ਹੋਣੇ ਚਾਹੀਦੇ ਆ ਵੀ ਇਹ ਫੰਡਿੰਗ ਤੈਨੂੰ ਤਾਂ ਮਿਲਣੀ ਆ ਜੇ ਤੂੰ ਪਲਾਂਟਿੰਗ ਕਰੇਗਾ, ਕਿਉਂਕਿ ਐਗਰੀਕਲਚਰ ਆ, ਲੋੜ ਆ ਇਸ ਚੀਜ਼ ਦੀ, ਹੈ ਨਾ ਜੀ। ਵੀ ਉਹ ਕੋਈ ਇਕੱਲੇ ਫਾਰਮਰ ਨਾਲ ਇਹ ਡਾਕੂਮੈਂਟ ਬਣ ਸਕਦੇ ਆ ਵੀ ਤੈਨੂੰ ਫੰਡਿੰਗ ਤਾਂ ਹੋਣੀ ਆ ਜੇ ਤੂੰ ਰੀਪਲਾਂਟਿੰਗ ਕਰੇਗਾ, ਹੈ ਨਾ ਜੀ। ਉਹਦੇ ਵਿੱਚ ਇਹ ਜਿਹੜੀਆਂ ਇੰਨੀਆਂ ਘੁੰਡੀਆਂ ਰੱਖੀਆਂ ਜੀ। ਹੁਣ ਕੋਈ ਬੰਦਾ ਜੀ, ਮੈਂ ਹੁਣ ਕੱਲ੍ਹ ਇਹ ਗੱਲ ਸੁਣ ਕੇ ਮੈਂ ਜਿਹੜੇ ਟਰੈਕਟਰ ਨਾਲ ਕਰਦੇ ਹੈਗੇ ਫੀਲਡ, ਉਹਨਾਂ ਨੂੰ ਮੈਂ ਫੋਨ ਕੀਤਾ। ਉਹ ਕਹਿੰਦਾ ਬਾਈ ਮੈਨੂੰ ਇੰਨੇ ਏਕੜਾਂ ਦੇ ਪਹਿਲਾਂ ਪੈਸੇ ਚਾਹੀਦੇ ਆ। ਕਹਿੰਦਾ ਗਵਰਨਮੈਂਟ ਦਾ ਕੀ ਪਤਾ ਤੁਹਾਨੂੰ ਦੇਵੇ ਨਾ ਦੇਵੇ, ਅਸੀਂ ਕਹਿੰਦਾ ਹਾਂ ਵੇਟ ਨਹੀਂ ਕਰ ਸਕਦੇ ਇੰਨਾ ਚਿਰ। ਹੁਣ ਉਹਨਾਂ ਨੇ ਵੀ ਆਪਦੇ ਬੱਚੇ ਪਾਲਣੇ ਆ ਜੀ। ਹੁਣ ਇੱਕ ਮਤਲਬ ਤੁਹਾਡੇ ਜਿਹੜੇ ਖਰਚੇ ਆ ਉਹਨਾਂ ਦਾ ਕੋਈ ਉਹ ਬੇਹਿਸਾਬੇ ਉਦਾਂ ਹੀ ਚੱਲ ਰਹੇ ਨੇ, ਅੱਗੋਂ ਮਦਦ ਜਿਹੜੀ ਆ ਉਹ ਹਜੇ ਰੁਕੀ ਹੋਈ। ਹਾਂਜੀ, ਹੁਣ ਜਿਹੜਾ ਜੇ ਕਿਸੇ ਭੈਣ ਭਰਾ ਨਾਲ ਹੈਲਪ ਕਰਕੇ ਹੁਣ ਅਸੀਂ ਆਪਦੇ ਘਰ ਖੜੇ ਮਾੜਾ ਮੋਟਾ ਘਰਾਂ 'ਚ ਕੰਮ ਕਰਨਾ ਸ਼ੁਰੂ ਕੀਤਾ ਜੀ। ਹੁਣ ਦੁਕਾਨਦਾਰਾਂ ਨਾਲ ਗੱਲ ਕੀਤੀ, ਕਿਸੇ ਨੇ ਕਿਵੇਂ ਕੀਤਾ ਜੀ। ਪਰ ਗਵਰਨਮੈਂਟ ਦਾ ਹੁਣ ਅਸੀਂ ਸੁਣਿਆ ਹੈਗਾ ਜੀ, ਉਹ ਸਾਨੂੰ ਐਪਲੀਕੇਸ਼ਨਾਂ ਕਰਤੀਆਂ ਸਾਰਿਆਂ ਨੇ DFA ਵਾਲੇ ਦੀਆਂ, ਵੀ ਉਹ ਆ ਕੇ ਹੁਣ ਘਰਾਂ ਨੂੰ ਅਸਿਸਟ ਕਰਨਗੇ। ਉਹ ਕਿਹੜੇ ਹਿਸਾਬ ਨਾਲ ਉਹਦੀ ਫੰਡਿੰਗ ਕਰਦੇ ਆ। ਵੀ ਇੱਕ ਮੁੰਡੇ ਨਾਲ ਉਹਨਾਂ ਦੀ ਗੱਲ ਹੋਈ ਆ ਵੀ ਸ਼ਾਇਦ ਅਪ ਫਰੰਟ ਉਹ ਪੇ ਕਰ ਦੇਣ, ਬਹੁਤ ਗੁੱਡ ਆ ਜੀ ਉਹ ਕਰਦੇ ਹੈਗੇ ਆ। ਤੇ ਇਹਨਾਂ ਦਾ ਅਸੀਂ ਤਾਂ ਇਹਨਾਂ ਤੋਂ ਮੰਗ ਨਹੀਂ ਨਾ ਰਹੇ ਜੀ ਕੁਛ, ਅਸੀਂ ਤਾਂ ਆਪਦਾ ਹੱਕ ਆ ਜਿਹੜਾ ਸਾਨੂੰ ਉਹ ਦੇਣ। ਅਸੀਂ ਭੀਖ ਥੋੜ੍ਹੋ ਲੈਣੀ ਹੈ ਜੀ ਇਹਨਾਂ ਤੋਂ। ਹੁਣ ਇਹ ਤਰਲੇ ਮਰਾਉਂਦੇ ਆ ਜੀ, ਸਾਨੂੰ ਆਪ ਨੂੰ ਸ਼ਰਮ ਆਉਂਦੀ ਆ। ਰੋਜ਼ ਮੀਡੀਆ ਤੇ ਆ ਕੇ ਅਸੀਂ ਗੱਲਾਂ ਕਰਦੇ ਹਾਂ। ਹੁਣ ਲੋਕੀ ਘਰਾਂ 'ਚ ਬੈਠੇ ਆ, ਨਿਊਜ਼ ਸੁਣੀ ਆ ਜੀ 228 ਮਿਲੀਅਨ ਡਾਲਰ ਦੇ ਦਿੱਤਾ। ਉਹ 228 ਮਿਲੀਅਨ ਤਾਂ ਪੰਜੀ ਨਹੀਂ ਆਉਣੀ ਜੇ ਵੰਡਣ ਇਹ ਜੀ। ਕਿੱਡੀ ਵੱਡੀ ਸੂਬਾ ਸਪਰੇਰੀ ਹੈ ਜੀ, ਨਾਲੇ ਇਹ ਕੋਈ ਸਾਨ ਥੋੜ੍ਹਾ ਕੀਤਾ ਸਾਡੇ ਸਿਰ ਜੀ। ਹਾਂਜੀ, ਬਿਲਕੁਲ।
ਜਸਵੰਤ ਜੀ ਇੱਕ ਛੋਟੇ ਜਿਹੇ ਇੱਥੇ ਬ੍ਰੇਕ ਲਈ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਦੇਵ ਜੀ ਨੇ ਜਿਵੇਂ ਬਿੱਲਾਂ ਦੀ ਗੱਲ ਕੀਤੀ ਸੀ ਕਿ ਉਸ ਬਾਬਤ ਵੀ ਗੱਲ ਕਰਾਂਗੇ ਵੀ ਜਿਹੜੇ ਬਿੱਲ ਹੈ ਇਹ ਕਿਹੜੇ ਮੰਗੇ ਜਾ ਰਹੇ ਨੇ ਐਂਡ ਪਰ ਪਰਿਵਾਰ ਜਿਹੜਾ ਹੈ ਕਿ ਉਹ ਰਿਵਿਊ ਕਰ ਲਿੱਤਾ ਗਿਆ ਵੀ ਕਿੰਨਾ ਖਰਚਾ ਆ ਰਿਹਾ ਤੇ ਕਿੰਨੇ ਇੱਥੇ ਪਰਿਵਾਰ ਨੇ ਜਿਹੜੇ ਤਬਾਹ ਹੋਏ ਨੇ ਕਿੰਨੇ ਘਰ ਨੇ ਸੋ ਉਹਦੇ ਬਾਬਤ ਵੀ ਗੱਲ ਕਰਾਂਗੇ ਇੱਕ ਛੋਟਾ ਜਿਹਾ ਬ੍ਰੇਕ ਇੱਥੇ ਲੈਂਦੇ ਆ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇਹਨਾਂ ਨੂੰ ਪੁੱਛਾਂਗੇ ਕਿ ਜਿਹੜੇ ਸਰਕਾਰ ਨੇ ਬਿੱਲ ਇਹਨਾਂ ਕੋਲੋਂ ਮੰਗੇ ਹੈ ਉਹ ਬਿੱਲ ਦਾ ਮਤਲਬ ਕੀ ਹੈ ਤੇ ਕਿਹੜੇ ਬਿੱਲ ਜਿਹੜੇ ਨੇ ਉਹ ਮੰਗੇ ਜਾ ਰਹੇ ਨੇ ਕੀ ਬਿੱਲ ਦਾ ਮਕਸਦ ਹੈ ਤੇ ਕੀ ਬਿੱਲ ਦਾ ਮਤਲਬ ਹੈ ਐਬਸਫੋਰਡ ਦੇ ਵਿੱਚ ਪਹੁੰਚੇ ਹੋਏ ਆ ਤੇ ਉਸ ਮਿਲੀਅਨ ਡਾਲਰ ਦੀ ਅਸੀਂ ਇੱਥੇ ਗਰਾਊਂਡ ਰਿਪੋਰਟ ਜਾਣਨ ਵਾਸਤੇ ਪਹੁੰਚੇ ਹਾਂ ਜਿਹੜੀ ਕਿ ਗਵਰਨਮੈਂਟ ਦੇ ਵੱਲੋਂ ਐਲਾਨ ਕੀਤੀ ਗਈ ਹੈ 228 ਮਿਲੀਅਨ ਡਾਲਰ ਕਿਸਾਨਾਂ ਦੇ ਮੁੜ ਵਸੇਬੇ ਲਈ ਮੁੜ ਵਸੇਬਾ ਕੀ ਹੁੰਦਾ ਹੈ ਮੁੜ ਵਸੇਬੇ ਦੇ ਵਿੱਚ ਕਿਹੜੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਇਹੀ ਅਸੀਂ ਇਹਨਾਂ ਤੋਂ ਜਾਣਨ ਲਈ ਆਏ ਹਾਂ ਜਨ ਜੀਵਨ ਪ੍ਰਭਾਵਿਤ ਹੋਇਆ ਸਿਰਫ ਇੱਥੇ ਫਸਲਾਂ ਦੀ ਜਾਂ ਸਿਰਫ ਫਿਸ਼ਰੀ ਦੀ ਪੋਲਟਰੀ ਫਾਰਮ ਦੀ ਸਿਰਫ ਅਸੀਂ ਉਹਨਾਂ ਦੀ ਗੱਲ ਨਹੀਂ ਕਰ ਸਕਦੇ ਜਿਹੜੀਆਂ ਇਹਨਾਂ ਦੇ ਜ਼ਿੰਦਗੀਆਂ ਦੇ ਉੱਤੇ ਇਫੈਕਟ ਪਿਆ ਇਹ ਕਿਵੇਂ ਜਿਉਂਦੇ ਸੀਗੇ ਤੇ ਅੱਜ ਇਹਨਾਂ ਨੂੰ ਕਿਵੇਂ ਜੀਣਾ ਪੈ ਰਿਹਾ ਤੇ ਇਨ ਫਿਊਚਰ ਇਹ ਕਿਵੇਂ ਜੀਣਗੇ ਇਸ ਸੰਬੰਧੀ ਅਸੀਂ ਇਸ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ ਦੇਵ ਜੀ ਇਸ ਤੋਂ ਪਹਿਲਾਂ ਤਾਂ ਬ੍ਰੇਕ ਦੇ ਵਿੱਚ ਜਿਵੇਂ ਮੈਂ ਕਿਹਾ ਸੀਗਾ ਵੀ ਤੁਹਾਡੇ ਕੋਲ ਕੋਈ ਬਿੱਲ ਮੰਗੇ ਗਏ ਨੇ ਉਹ ਬਿੱਲ ਦੀ ਮੈਨੂੰ ਬਰੀਕੀ ਸਮਝਾਓ ਵੀ ਜਿਹੜੀ ਸਰਕਾਰ ਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਬਿੱਲ ਦਿਓ ਤੇ ਉਹ ਤੁਹਾਡੇ ਖਰਚਾ ਅਕਾਊਂਟ ਦੇ ਵਿੱਚ ਤੁਹਾਡੇ ਪੈਸੇ ਆ ਜਾਣਗੇ ਸੋ ਇਸ ਹਿਸਾਬ ਨਾਲ ਦੇਖੀਏ ਤਾਂ ਠੀਕ ਹੀ ਹੈ ਜੇ ਗਵਰਨਮੈਂਟ ਨੇ ਕਿਹਾ ਵੀ ਤੁਸੀਂ ਬਿੱਲ ਦੇ ਦਿਓ ਤੇ ਪੈਸੇ ਤੁਹਾਡੇ ਅਕਾਊਂਟ 'ਚ ਆ ਜਾਣਗੇ ਤੇ ਪੈਸੇ ਤੁਹਾਨੂੰ ਉਹ ਭੇਜ ਰਹੇ ਨੇ ਤੇ ਫਿਰ ਇਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਨਹੀਂ ਜੀ ਅਸੀਂ ਹੁਣ ਮੰਨ ਲਓ ਇਹਨੂੰ ਰੈਪ ਕਰਨ ਵਾਲੇ ਨੇ ਤਾਂ ਸਾਡੇ ਤੋਂ ਪੈਸੇ ਲੈਣੇ ਆ ਪੈਸੇ ਸਾਡੇ ਕੋਲ ਕਿੱਥੇ ਆ ਜੇ ਪੈਸੇ ਸਾਡੇ ਕੋਲੇ ਹੋਣ ਹੀ ਫਿਰ ਅਸੀਂ ਇੰਨਾ ਚਿਰ ਵੇਟ ਕਰਨ ਦੀ ਕੀ ਲੋੜ ਸੀ ਇਹਨਾਂ ਨੇ ਸਾਡਾ ਨੁਕਸਾਨ ਕਰਿਆ ਗਵਰਨਮੈਂਟ ਨੇ ਡਾਇਕ ਤਾਂ ਇਹਨਾਂ ਦੇ ਬਦੌਲਤ ਟੁੱਟੀ ਆ ਜਾਂ ਕੁਦਰਤ ਨਹੀਂ ਮੀਂਹ ਪੈ ਜਾਂਦਾ ਅਸੀਂ ਮੰਨ ਲੈਂਦੇ ਵੀ ਬਈ ਕੁਦਰਤ ਤਾਂ ਭਾਣਾ ਵਾ ਪਰ ਇਹ ਭਾਣਾ ਨਹੀਂ ਨਾ ਇਹ ਤਾਂ ਜਾਣ ਕੇ ਟੁੱਟੀ ਆ 25 ਸਾਲ ਹੋ ਗਏ ਇਹਨਾਂ ਨੂੰ ਰਿਪੋਰਟਾਂ ਪਈਆਂ ਸਾਰੀਆਂ ਤੇ ਬਿੱਲ ਹੁਣ ਇਹ ਐਂ ਕਹਿ ਰਿਹਾ ਮੰਨ ਲਓ ਸਾਡਸਟ $2000 ਦਾ $2000 ਇਹ ਕਹਿੰਦੇ ਵੀ ਸਾਨੂੰ ਇਨਵੋਇਸ ਭੇਜ ਦਿਓ ਤੇ ਇਨਵੋਇਸ ਅਗਲਾ ਤਾਂ ਹੀ ਦਊਗਾ ਜੇ ਉਹਨੂੰ ਚੈੱਕ ਦੇਵਾਂਗੇ ਚੈੱਕ ਕਿੱਥੋਂ ਦੇਣੀ ਆ $2000 ਦੀ ਮੰਨ ਲਓ ਸਾਡਸਟ ਏਕੜ ਦੀ ਆ $2000 ਦੀ ਇਨਵੋਇਸ ਭੇਜ ਦਿਓ ਅਖੇ 30 ਦਿਨਾਂ ਬਾਅਦ ਅਸੀਂ ਤੁਹਾਨੂੰ ਚੈੱਕ ਦੇ ਦਿਆਂਗੇ ਪਹਿਲਾਂ ਇਹਨਾਂ ਨੂੰ ਇਹ ਪੁੱਛੋ ਵੀ ਜਿਹੜਾ ਉਹਨਾਂ ਨੂੰ ਇਨਵੋਇਸ ਪੇ ਕਰਨੀਆਂ ਸੀ ਉਹ ਪੈਸੇ ਕਿੱਥੋਂ ਆਉਣੇ ਆ ਜਾਂ ਕੋਵਿਡ ਵੇਲੇ ਇਹਨਾਂ ਨੇ ਲੋਕਾਂ ਨੂੰ ਇੰਨੇ ਪੈਸੇ ਦਿੱਤੇ ਆ ਇਹ ਤਾਂ ਇਹਨਾਂ ਤੇ ਉਹ ਤਾਂ ਕੁਦਰਤ ਮਾਰ ਸੀ ਹਜਾ ਇਹ ਤਾਂ ਇਹਨਾਂ ਦੀ ਆਪ ਦੀ ਅਣਗਹਿਲੀ ਆ ਦੂਸਰਾ ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਦੇ ਅਗੇਂਸਟ ਨਹੀਂ ਦੂਸਰੇ ਕੰਟਰੀਆਂ ਦੇ ਵਿੱਚ ਅਸੀਂ ਜਾ ਕੇ ਇਹ ਸਾਡਾ ਕੰਟਰੀ ਇੰਨੇ ਪੈਸੇ ਸੈੱਟਦਾ ਜਾ ਕੇ ਕਿ ਬਈ ਅਸੀਂ ਇੱਥੋਂ ਦੇ ਨਾਗਰਿਕ ਹਾਂ ਵੀ ਸਾਡੀ ਇਹੀ ਗਲਤੀ ਆ ਸਾਡਾ ਇਹ ਗੁਨਾਹ ਵਾ ਅਸੀਂ ਇੰਡੀਆ ਦੇ ਵਿੱਚ ਰਹਿੰਦੇ ਸੀ ਇੰਡੀਆ ਦੀ ਸਿਟੀਜ਼ਨ ਛੱਡ ਕੇ ਅਸੀਂ ਕੈਨੇਡਾ ਦੀ ਲਈ ਵੀ ਕੈਨੇਡਾ ਕੰਟਰੀ ਬਹੁਤ ਬਿਊਟੀਫੁਲ ਆ ਪਰ ਵਕਤ ਪਏ ਤੇ ਹੁਣ ਪਤਾ ਲੱਗਿਆ ਕਿੰਨਾ ਬਿਊਟੀਫੁਲ ਆ 3 ਮਹੀਨੇ ਹੋ ਗਏ ਹਜੇ ਤੱਕ ਸਾਰ ਨਹੀਂ ਲਈ ਗਈ ਜਿਹੜਾ $8200 ਆ ਇਹ ਹਜੇ ਭਰਿਆ ਤੇ ਕਦੋਂ ਆਉਣਾ ਕਿੰਨਾ ਟਾਈਮ ਲੱਗਣਾ ਕੋਈ ਪਤਾ ਨਹੀਂ ਹਾਂਜੀ ਜਸਵੰਤ ਜੀ ਜ਼ਿੰਦਗੀ ਮੁੜ ਤੋਂ ਲੀਹ ਤੇ ਲਿਆਉਣ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੀ ਹੈ ਜੋ ਸਰਕਾਰ ਦਾ ਕਹਿਣਾ ਹੈ ਤੇ ਫੈਡਰਲ ਗਵਰਨਮੈਂਟ ਤੇ ਸੂਬਾ ਸਰਕਾਰ ਮਿਲ ਕੇ ਲੱਗੀਆਂ ਹੋਈਆਂ ਨੇ ਵੀ ਜਿਵੇਂ ਕਿਵੇਂ ਵੀ ਆ ਤੁਹਾਡੀ ਜਿਹੜੀ ਆ ਬਾਹ ਫੜੀ ਜਾਏ ਤੇ ਤੁਹਾਡਾ ਜਿਹੜਾ ਸਾਰਾ ਜ਼ਿੰਦਗੀ ਫਿਰ ਤੋਂ ਵਾਪਸ ਲਿਆਂਦੀ ਜਾਏ ਤੁਹਾਡੀ ਜ਼ਿੰਦਗੀ ਬਾਰੇ ਜਾਣਨਾ ਚਾਹਾਂਗੇ ਕਿ ਇਹ ਮੁੜ ਵਸੇਬਾ ਤੁਹਾਨੂੰ ਲੱਗ ਰਿਹਾ ਵੀ ਇਹ ਮੁੜ ਵਸੇਬਾ ਤੇ ਕੋਈ ਇਹਦੀ ਡੇਟ ਫਿਕਸ ਲੱਗ ਰਹੀ ਹੈ ਤੁਹਾਨੂੰ ਵੀ ਇਦੋਂ ਤੱਕ ਜਿਹੜੀ ਹੈ ਅਸੀਂ ਆਪਣੀ ਪੁਰਾਣੀ ਜ਼ਿੰਦਗੀ ਦੇ ਵਿੱਚ ਫਿਰ ਤੋਂ ਵਾਪਸ ਆ ਜਾਵਾਂਗੇ ਕੀ ਅੱਗੇ ਫਿਊਚਰ ਤੁਹਾਨੂੰ ਆਪਣਾ ਦਿਖਾਈ ਦੇ ਰਿਹਾ ਨਹੀਂ ਕੋਈ ਫਿਕਸ ਡੇਟ ਤਾਂ ਇਸ ਚੀਜ਼ ਦੀ ਹੈ ਨਹੀਂ ਜੀ ਜਿਹੜਾ ਮੁੜ ਵਸੇਬਾ ਹੋਣਾ ਹੈਗਾ ਜੇ ਹੋ ਵੀ ਜਾਵੇ ਜੀ ਜੇ ਹੁਣ ਆਪਾਂ ਕੋਈ ਵੀ ਬੰਦਾ ਜੀ ਹੁਣ ਕਿਸੇ ਬੰਦੇ ਨੂੰ ਆਪਾਂ ਕੁੱਟ ਮਾਰ ਕੇ ਕਹਿ ਦਈਏ ਵੀ ਹੁਣ ਤੂੰ ਠੀਕ ਹੋ ਗਿਆ ਵੀ ਤੂੰ ਕਿਵੇਂ ਫੀਲ ਕਰਦਾ ਕੀ ਸੋਚੂਗਾ ਜੀ ਉਹ ਇਹ ਜਿਹੜੀਆਂ ਸਾਡੀਆਂ ਭਾਵਨਾਵਾਂ ਹਰਟ ਹੋਈਆਂ ਜੀ ਸਾਡਾ ਸਾਰਾ ਕੁਝ ਚਲਿਆ ਗਿਆ ਹੁਣ ਮੇਰੇ ਪੇਰੈਂਟਸ ਹੈ ਮੈਂ ਹੁਣ ਆਪਦੇ ਰਿਲੇਟਿਵ ਦੇ ਘਰ ਹੀ ਰਹਿੰਦਾ ਹੈਗਾ ਉਦੋਂ ਉਸ ਟਾਈਮ 'ਤੇ ਸਾਨੂੰ ਕੋਈ ਬੇਸਮੈਂਟ ਨਹੀਂ ਮਿਲੀ ਹੁਣ ਟਰਾਈ ਕਰਦੇ ਆ ਹੁਣ ਹਰੇਕ ਬੰਦਾ ਕਹਿੰਦਾ ਸਾਡੇ ਨੂੰ 2 ਸਾਲ ਦੀ ਲੀਜ਼ ਕਰੋ ਸਾਲ ਦੀ ਲੀਜ਼ ਕਰੋ ਕੋਈ ਬੰਦਾ ਬੇਸਮੈਂਟ ਨਹੀਂ ਦਿੰਦਾ ਜੀ ਤੇ ਮੈਂ ਆਪਦੇ ਪੇਰੈਂਟਸ ਉਹ ਕਹਿੰਦੇ ਅਸੀਂ ਆਂ ਹੀ ਰਹਿ ਲਾਂਗੇ ਲੱਕੜਾਂ ਵਾਲੇ ਘਰ 'ਚ ਜੀ ਹੁਣ ਉਹਨਾਂ ਨੂੰ ਪਤਾ ਨਹੀਂ ਗਾ ਵੀ ਇੱਥੇ ਕੀ ਹੈਗਾ ਕੋਈ ਵਾਸ਼ਰੂਮ ਨਹੀਂ ਕੋਈ ਟੋਇਲਟ ਨਹੀਂ ਅੱਧੀਆਂ ਉਹਨਾਂ ਨੂੰ ਮੈਂ ਗੱਲਾਂ ਨਹੀਂ ਦੱਸੀਆਂ ਜੀ ਆਪਣਾ ਨੁਕਸਾਨ ਕਿੰਨਾ ਹੋਇਆ ਹੈਗਾ ਵੀ ਉਹ ਬਜ਼ੁਰਗ ਹੈਗੇ ਆ ਉਹ ਹੁਣ ਮੇਰੇ ਬੱਚੇ ਆਉਣਾ ਮੰਗਦੇ ਸੀ ਮੈਂ ਉਹਨਾਂ ਨੂੰ ਰੋਕਿਆ ਜੀ ਇੱਥੇ ਆਉਣ ਤੋਂ ਹੋਰ ਹੈ ਹੁਣ ਸਰੀ ਮੇਰੀ ਸਿਸਟਰ ਜੀ ਹੁਣੀ ਰਹਿੰਦੀਆਂ ਉਹਨਾਂ ਨੇ ਮੈਨੂੰ ਮਿਲਣ ਆਉਣਾ ਸੀਗਾ ਫਲੱਡ ਹੋਣ ਕਰਕੇ ਉਹਨਾਂ ਨੂੰ ਮੈਂ ਰੋਕਿਆ ਜੀ ਮੈਂ ਕਿਹਾ ਤੁਹਾਨੂੰ ਮੈਂ ਇੱਥੇ ਆ ਕੇ ਮਿਲ ਜੂੰਗਾ ਮੈਥੋਂ ਹਜੇ ਤੱਕ ਉਹਨਾਂ ਨੂੰ ਮਿਲ ਨਹੀਂ ਜਾਇਆ ਗਿਆ ਜੀ ਇਹ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਜਾਂ ਹੋਇਆ ਹੈਗਾ ਜੀ ਇਹ ਗਲਤੀ ਕਰਕੇ ਹੋਇਆ ਇਹਦੇ ਕਰਕੇ ਸਾਨੂੰ ਇੰਨਾ ਗੁੱਸਾ ਆਉਂਦਾ ਜੀ ਹੋਰ ਨਹੀਂ ਕੋਈ ਗੱਲ ਜੇ ਕੁਦਰਤ ਨੇ ਹੋਇਆ ਹੁੰਦਾ ਹੋ ਸਕਦਾ ਸਾਡੀ ਸੋਚਣੀ ਡਿਫਰੈਂਟ ਹੁੰਦੀ ਜੀ ਜਿਹੜਾ ਹੁਣ ਇਹ ਪੇਮੈਂਟਾਂ ਦੀ ਗੱਲ ਹੈਗੀ ਆ ਜੀ ਉਹ ਤਾਂ ਹਰੇਕ ਸਾਲ ਆ ਜਾਣੀ ਹੈ ਜੀ ਕਿਸੇ ਦੀ ਮੰਥਲੀ ਹੈ ਕਿਸੇ ਦੀ ਈਅਰਲੀ ਹੈਗੀ ਆ ਹੁਣ ਇਨਕਮ ਉਰੇ ਹੈ ਨਹੀਂ ਗੀ ਜੇ ਇਹਨਾਂ ਨੇ ਅੱਜ ਸਾਨੂੰ ਬੇਰੀ ਵੀ ਲਵਾਉਂਦੇ ਆ ਜਾਂ ਕੁਛ ਵੀ ਕਰਦੇ ਆ ਅਸੀਂ ਫਿਰ ਉਹ 10 ਸਾਲ ਤੱਕ ਸਾਡੀ ਉਨੀ ਜਿੰਨੀ ਸਾਡੀ ਪੇਮੈਂਟ ਆ ਜਿੰਨੀ ਸਾਡੀ ਪ੍ਰੋਡਕਸ਼ਨ ਸੀ ਉਨੀ ਹੋਣੀ ਨਹੀਂ ਗੀ
ਵੀ ਉਹਦਾ ਇਹ ਕੀ ਕਹਿੰਦੇ ਆ, ਇਹ ਹੁਣ ਉੱਥੇ ਟੀਵੀ ਤੇ ਬੈਠ ਕੇ ਜਾਂ ਕੁਛ ਅਨਾਉਂਸ ਕਰ ਦਿੰਦੇ ਆ, ਲੋਕ ਦੇਖਦੇ ਆ ਮੀਡੀਆ ਦੇ ਵਿੱਚ, ਹਾਂਜੀ ਗਵਰਨਮੈਂਟ ਨੇ 228 ਮਿਲੀਅਨ ਦੇਤਾ ਜਾਂ ਦੈਸ ਐਂਡ ਦੈਟ ਦੇਤਾ। ਹੁਣ ਜਿਵੇਂ ਡੇਅਰੀ ਵਾਲੇ ਆ, ਉਹ ਕਹਿੰਦੇ ਅਸੀਂ ਹੈਪੀ ਆ, ਅਸੀਂ ਵੀ 100% ਹੈਪੀ ਆ ਜੀ। ਜਿੰਨੇ ਸਾਥੋਂ ਇਹ ਸਾਨੂੰ ਕਹਿੰਦੇ ਬਿੱਲ ਲਿਆਓ, ਸਾਰਾ ਕੁਝ ਲਿਆਓ, ਸਾਨੂੰ ਉਹਨੇ ਪੇ ਕਰ ਦੇਣਾ ਅਪ ਫਰੰਟ, ਅਸੀਂ ਇਹਨਾਂ ਨੂੰ ਕਵਾਂਗੇ ਅਸੀਂ ਹੈਪੀ ਆ। ਜੇ ਉਹਨਾਂ ਨੂੰ ਇਹ ਅਪਫਰੰਟ ਸਾਰੇ ਪੈਸੇ ਦੇ ਸਕਦੇ ਆ, ਵੀ ਸਾਡੇ ਲਈ ਇਹਨਾਂ ਨੂੰ ਕੀ ਪ੍ਰੋਬਲਮ ਹੈ। ਜੇ ਇਹਨਾਂ ਨੇ ਵਰਕ ਕਰਨਾ ਹੈਗਾ, ਇਹ ਆਪਦੀ ਟੀਮ ਤਿਆਰ ਕਰਨ, ਆ ਕੇ ਫੀਲਡਾਂ ਦੇ ਦੌਰੇ ਕਰਨ, ਵੀ ਹਾਂ ਜੀ ਤੇਰਾ ਇੰਨਾ ਨੁਕਸਾਨ ਹੋਇਆ, ਵੀ ਆਹ ਤੇਰੇ ਪੈਸੇ ਆ। ਜੇ ਹੁਣ ਸਾਡਾ $10 ਦਾ ਨੁਕਸਾਨ ਹੋਇਆ, ਅਸੀਂ 10 ਦਾ ਹੀ ਕਹਿੰਦੇ ਇਹਨਾਂ ਨੂੰ। ਦੂਜੀ ਗੱਲ, ਅਸੀਂ ਇਹਨਾਂ ਤੋਂ ਨਾ 1 ਸੈਂਟ ਵੱਧ ਮੰਗਦੇ ਆ, ਨਾ ਘੱਟ ਮੰਗਦੇ ਆ ਜੀ। ਸਾਡਾ ਖਰਚਾ, ਸਾਡਾ ਜਿਹੜਾ ਹੈਗਾ, ਇਹਨਾਂ ਨੇ ਸਾਡਾ ਨੁਕਸਾਨ ਕੀਤਾ, ਸਾਡਾ ਉਹ ਪੂਰਾ ਕਰ ਦੇਣ। ਵੀ ਉਸ ਚੀਜ਼ ਲਈ ਤਾਂ ਗਵਰਨਮੈਂਟ ਇਸ ਹਿਸਾਬ ਨਾਲ ਸਾਡੇ ਲਈ ਜਿੰਨੇ ਵੀ ਅਸੀਂ ਬਲੂਬਰੀ ਫਾਰਮਰ ਹੈਗੇ ਆ, ਉਹਨਾਂ ਲਈ ਇਹ ਕੰਡੀਸ਼ਨਾਂ ਦੇ ਨਾਲ ਪੈਸੇ ਦੇ ਰਹੇ ਆ। ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਕਿ ਇਹ ਦੌਰਾ ਕਰਕੇ ਦੇਖ ਨਹੀਂ ਸਕਦੇ ਕਿ ਵੀ ਇਸ ਫੀਲਡ ਤੇ 1 ਏਕੜ ਹੈ, ਵੀ ਇੰਨੀ ਇਹ ਤੇ ਕਾਸਟ ਆਉਣੀ ਹੈ, ਸਾਰੀ ਅਸੀਂ ਰਿਪੋਰਟ ਦਿੱਤੀ ਹੈ, ਆਪਦੀ ਰਿਪੋਰਟ ਤਿਆਰ ਕਰ ਲੈਣ। ਐਬਸਫੋਰਡ ਦੇ ਵਿੱਚ ਇਸ ਵੇਲੇ ਜਿੰਨੇ ਵੀ ਲੋਕ ਰਹਿ ਰਹੇ ਨੇ, ਸੋ ਗਵਰਨਮੈਂਟ ਦਾ ਇਹ ਕਹਿਣਾ ਵੀ ਅਸੀਂ ਸਾਰਿਆਂ ਦੀ ਰਿਵਿਊ ਰਿਪੋਰਟ ਸਾਡੇ ਕੋਲ ਹੈ, ਉੱਥੋਂ ਦਾ ਦੌਰਾ ਵੀ ਕੀਤਾ ਜਾ ਰਿਹਾ ਹੈ, ਤੇ ਜੇ ਹੁਣ ਅਨਾਉਂਸਮੈਂਟ ਵੀ ਹੋਈ ਹੈ, ਰਾਹਤ ਰਾਸ਼ੀ ਜਿਹੜੀ ਦਿੱਤੀ ਗਈ ਹੈ, ਇਹ ਜਿਹੜਾ ਰਿਕਵਰੀ ਪਲਾਨ ਜਿਹੜਾ ਅਨਾਉਂਸ ਹੋਇਆ, ਇਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਵੀ ਬਾਕੀ ਕੈਟਾਗਰੀਜ਼ ਵੀ ਹੈਗੀਆਂ ਨੇ, ਬਾਕੀ ਲੋਕਾਂ ਦੀ ਵੀ ਬਹੁਤ ਸਾਰੀ ਤਬਾਹੀ ਹੋਈ ਹੈ, ਸਿਰਫ ਅਸੀਂ ਫਾਰਮਾ ਦਾ ਇੱਥੇ ਨਹੀਂ ਉਹ ਕਰ ਸਕਦੇ, ਫਾਰਮਾ ਵਾਲਿਆਂ ਨੂੰ ਵੀ ਮਿਲ ਰਿਹਾ ਤੇ ਬਾਕੀ ਕੈਟਾਗਰੀਜ਼ ਨੂੰ ਵੀ ਜਿਹੜੀ ਹੈ ਇਹ ਰਾਸ਼ੀ ਜਿਹੜੀ ਹੈ ਉਹਨਾਂ ਨੂੰ ਵੀ ਜਾਣੀ ਹੈ। ਸੋ ਓਵਰਆਲ ਉਹਨਾਂ ਨੇ ਸਾਰਿਆਂ ਦੇ ਨੁਕਸਾਨ ਦਾ ਸੋਚ ਕੇ ਇਹ ਕੀਤਾ ਹੋਇਆ। ਹੁਣ ਜਦੋਂ ਗੱਲ ਆਉਂਦੀ ਹੈ, ਜਿਵੇਂ ਕਿ ਬਾਕੀ ਸਾਰੇ ਫਾਰਮਰਸ ਨਾਲ ਵੀ ਅਸੀਂ ਗੱਲ ਕੀਤੀ, ਉਹ ਕਹਿੰਦੇ ਨੇ ਵੀ ਬੈਰੀ ਵਾਲੇ ਆਪਣੀ ਦੁਹਾਈ ਰੋ ਰਹੇ ਨੇ ਕਿ ਜਿੰਨਾ ਨੁਕਸਾਨ ਹੋਇਆ 10 ਸਾਲਾਂ ਤੱਕ ਉਹ ਪੂਰਾ ਨਹੀਂ ਹੋਣ ਵਾਲਾ, ਜਿਹਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਵੀ ਉਹਦੇ ਬਾਰੇ ਵੀ ਸੋਚਿਆ ਜਾਵੇ। ਜਿਹੜੇ ਬਾਕੀ ਪੋਲਟਰੀ ਫਾਰਮ ਜਾਂ ਹੋਰ ਪਸ਼ੂ ਪਾਲਣ ਵਾਲੇ ਜਿਹੜੇ ਨੇ, ਉਹ ਕਹਿੰਦੇ ਨੇ ਉਹ ਆਪਣੀ ਰਿਪੋਰਟ ਉਹਨਾਂ ਨੂੰ ਦੇ ਰਹੇ ਨੇ ਵੀ ਸਾਡਾ ਜਿਹੜਾ ਨੁਕਸਾਨ ਹੋਇਆ ਇਹਨੂੰ ਪੂਰਨਾ ਜ਼ਰੂਰੀ ਹੈ। ਤੁਹਾਨੂੰ ਕੀ ਲੱਗਦਾ ਵੀ ਕਿੱਥੇ ਕਮੀ ਰਹਿ ਗਈ ਹੈ, ਵੀ ਗਵਰਨਮੈਂਟ ਰਿਵਿਊ ਦੇ ਵਿੱਚ ਜਿਹੜਾ ਕਿਹੜੀ ਚੀਜ਼ ਨੂੰ ਛੱਡ ਗਈ ਹੈ? ਕਿਉਂਕਿ ਹਰੇਕ ਚੀਜ਼ ਨਾ ਵੱਖੋ ਵੱਖਰੀ ਹੈ ਇੱਥੇ। ਹੁਣ ਜਿਵੇਂ ਤੁਸੀਂ ਪੋਲਟਰੀ ਫਾਰਮ ਲਾ ਲਓ, ਹੁਣ ਪੋਲਟਰੀ ਫਾਰਮ ਜਿਹੜਾ ਪ੍ਰੋਡਕਸ਼ਨ 'ਚ ਆਉਣਾ, ਉਹ ਜਿਹੜਾ ਚੂਚਾ ਹੈਗਾ ਉਹਨੇ ਕਿੰਨੇ ਟਾਈਮ 'ਚ ਆ ਜਾਣਾ। ਹੁਣ ਜਿਹੜਾ ਬੇਰੀ ਦਾ ਪਲਾਂਟ ਆ, ਇਹਨੇ ਪ੍ਰੋਡਕਸ਼ਨ 'ਚ ਆਉਣਾ, ਇਹਨੇ ਕਿੰਨੇ ਚਿਰ 'ਚ ਆਉਣਾ, ਇਹ ਗੌਰਮੈਂਟ ਨੂੰ ਸਭ ਪਤਾ। ਇਹਦੇ ਵਿੱਚ ਕੋਈ ਦੋ ਰਾਇਆਂ ਨਹੀਂ ਹੈਗੀਆਂ ਵੀ ਉਹਨਾਂ ਨੂੰ ਪਤਾ ਨਹੀਂਗਾ। ਹੁਣ ਉਹ ਜੇ ਸਾਰਾ ਕੁਛ ਆਪਣੇ ਗਾਈਆਂ ਦੇ ਫਾਰਮਾਂ ਨਾਲ ਰਲਾ ਦੇਣ ਵੀ ਗਾਈ ਦੇ ਫਾਰਮ 'ਤੇ ਵੀ ਅਸੀਂ ਆਹ ਕਰ ਰਹੇ ਹਾਂ, ਤੁਹਾਨੂੰ ਆਹ ਕਰ ਰਹੇ ਹਾਂ, ਇੱਕ ਕੈਟਾਗਰੀ 'ਚ ਨਹੀਂ ਰੱਖ ਸਕਦੇ ਸਾਨੂੰ ਇਹ। ਕਿਉਂਕਿ ਸਾਡੀ ਕੈਟਾਗਰੀ ਸਾਰਿਆਂ ਨਾਲੋਂ ਵੱਖਰੀ ਹੈ। ਸਾਡੇ ਕੈਟਾਗਰੀ ਜਿਹੜੀ ਪ੍ਰੋਡਕਸ਼ਨ ਆ ਸਾਡੀ, ਸਾਨੂੰ ਜਿਹੜਾ ਵੇਟਿੰਗ ਪੀਰੀਅਡ ਆ ਪ੍ਰੋਡਕਸ਼ਨ ਦਾ, ਉਹ ਸਾਡੇ ਨਾਲ ਸਾਰਿਆਂ ਨੂੰ ਲੰਮਾ। ਅਤੇ ਸਾਡੀ ਪ੍ਰੋਡਕਸ਼ਨ ਵੀ ਈਅਰ ਬਾਈ ਈਅਰ ਵਧਣੀ ਹੈ। ਇਹ ਨਹੀਂ ਹੈਗਾ ਵੀ ਜੇ ਤੁਸੀਂ ਕਹਿ ਦਈਏ ਵੀ 7 ਸਾਲ ਜਾਂ 8 ਸਾਲ ਲਿਖਣੀ ਇੱਕਦਮ ਹੀ ਉਨੀ ਪ੍ਰੋਡਕਸ਼ਨ ਹੋ ਜਾਊਗੀ। ਇਹ ਪ੍ਰੋਡਕਸ਼ਨ ਜਿੱਥੇ ਹੁਣ ਸਾਡੀ ਬੇਰੀ ਆ ਮਗਰ ਹੈਗੀ, ਅਤੇ ਇਹ ਪਲਾਂਟ 12-13 ਸਾਲ 'ਚ ਹੁੰਦੇ ਆ ਜਾ ਕੇ। ਅਤੇ ਜਦੋਂ ਹੁਣ ਇਹ ਪਲਾਂਟ ਹੋਏ ਵੇ, ਇਹਨਾਂ ਨੂੰ ਸਾਂਭਣਾ ਬਹੁਤ ਸੌਖਾ ਸੀ। ਜਿਹੜਾ 14 ਨਵੰਬਰ ਤੱਕ ਅਸੀਂ ਸੀਗੇ, ਠੀਕ ਸੀਗੇ ਆਪਦੇ ਘਰੇ। ਅਤੇ ਪਰ ਹੁਣ ਜਿਹੜੇ ਨਵੇਂ ਲਾਉਣਿਆਂ ਨੂੰ ਪਹਿਲਾਂ ਤਾਂ ਘਾਹ ਕੰਟਰੋਲ ਕਰਨਾ ਬਹੁਤ ਔਖਾ। ਫਿਰ ਉਹ ਆਏ ਆ ਵੀ ਜੇ ਹੁਣ ਨਵੇਂ ਲਾਏ, ਪਾਣੀ ਫੁੱਟ ਕਿਤੇ ਫੇਰ ਹੋ ਗਿਆ ਅਤੇ ਪਲਾਂਟ ਹਿੱਲ ਜਾਂਦੇ ਆ ਕਈ ਵਾਰੀ। ਅਤੇ ਹੁਣ ਤਾਂ ਇਹਨਾਂ ਦੀ ਜੜ੍ਹਾਂ ਲੱਗੀਆਂ ਐਵੇਂ ਅਸੀਂ ਫਿਰ ਇਹਨੂੰ ਹੁਣ ਰੈਪ ਆਫ ਕਰਨਾ, ਅਤੇ ਹੁਣ ਐਡੇ ਪਲਾਂਟਾਂ ਨੂੰ ਸੌਖਾ ਦਾ ਕੰਮ ਕੋਈ ਹੈ ਨਹੀਂ ਗਾ। ਇਹ ਸਾਡੇ ਕੋਲ ਤਾਂ ਮਸ਼ੀਨਰੀ ਹੈ ਨਹੀਂ ਕੋਈ ਇਹੋ ਜਿਹੀ ਵੀ ਇਹਨੂੰ ਅਸੀਂ ਆਪ ਕਰ ਸਕੀਏ। ਉਹ ਅਸੀਂ ਹੁਣ ਕੋਈ ਰੈਂਟ 'ਤੇ ਕਰਾਉਣੀ ਆ, ਰੈਂਟ ਵਾਲੇ ਨੇ ਪੈਸੇ ਭਾਲਣੇ ਐਟ ਫਰੰਟ, ਅਤੇ ਉਹ ਹੁਣ ਦੇਵਾਂਗੇ ਉਹਨੂੰ ਕਿੱਥੋਂ ਜੇ ਸਾਡੇ ਕੋਲ ਬਿੱਲ ਤਾਂ ਸਾਨੂੰ ਤਾਂ ਦਊ ਜੇ ਅਸੀਂ ਉਹਨੂੰ ਚੈੱਕ ਦੇਵਾਂਗੇ। ਜੇ ਸਾਡੇ ਕੋਲ ਚੈੱਕ ਹੀ ਨਹੀਂ ਆ ਰਹੀ ਤਾਂ ਫਿਰ ਬਿੱਲ ਕਿੱਥੋਂ ਦੇਣੇ ਆ। ਅਤੇ ਬਾਕੀ ਐਂ ਵੀ ਜਿਹੜੀ ਹੁਣ ਲਾਈਫ ਆਪਦੀ ਫਿਜ਼ੀਕਲ ਲਾਈਫ ਜਾਂ ਘਰੇਲੂ ਲਾਈਫ ਸੀਗੀ, ਉਹ ਸਾਡੀ ਜ਼ਿਆਦਾ ਪ੍ਰਭਾਵਿਤ ਹੋਈ ਹੈ ਸਾਰਿਆਂ ਨੂੰ। ਹਾਂਜੀ, ਪਹਿਲਾਂ ਹੁਣ ਅਸੀਂ ਆਪਦੇ ਘਰੇ ਸਾਰਾ ਪਰਿਵਾਰ ਇਕੱਠੇ ਰਹਿੰਦੇ ਸੀਗੇ। ਹੁਣ ਇੱਥੇ ਰਾਤ ਨੂੰ ਹੁੰਦਾ ਵੀ ਮੈਂ ਇੱਥੇ ਰਾਤ ਨੂੰ ਇੱਥੇ ਪੈਂਦਾ, ਅਤੇ ਵੀ ਕਿਤੇ ਚੋਰੀ ਚਾਰੀ ਨਾ ਹੋ ਜਾਵੇ, ਵੀ ਜਿਹੜਾ ਮਾੜਾ ਮੋਟਾ ਕੁਛ ਉੱਤੇ ਬਚੇ ਜਾਂ 4 ਲੀੜੇ ਉਹ ਵੀ ਨਾ ਕੋਈ ਚੱਕ ਕੇ ਲੈ ਜਾਵੇ। ਅਤੇ ਬਈ ਇਹ ਲਾਈਫ ਦਾ ਤਾਂ ਘਾਟਾ ਪੂਰਾ ਹੋਣਾ ਹੀ ਨਹੀਂ। ਜਿਹੜਾ ਤੁਹਾਡੀ ਲਾਈਫ ਡਿਸਟਰਬ ਹੋਈ ਹੈ, ਹੁਣ ਰਾਤ ਨੂੰ ਜਦੋਂ ਸੁੱਤੇ ਪਏ ਹੁੰਦੇ ਉਦੋਂ ਐਂ ਲੱਗਦਾ ਹੁੰਦਾ ਠੀਕ ਹੈ, ਜਦੋਂ ਅੱਖ ਖੁੱਲ੍ਹਦੀ ਉਦੋਂ ਪਤਾ ਲੱਗਦਾ ਵੀ ਨਹੀਂ, ਵੀ ਸਾਡਾ ਸਾਰਾ ਕੁਝ ਬਰਬਾਦ ਹੋਇਆ ਪਿਆ, ਵੀ ਅਸੀਂ ਤਾਂ ਉਸ ਪੋਜੀਸ਼ਨ 'ਚ ਹੀ ਹੈ ਨਹੀਂ ਗੇ ਵੀ ਜੇ ਅਸੀਂ ਨੂੰ ਕੁਛ ਕਰ ਸਕੀਏ। ਹੁਣ ਕੋਈ ਵੀ ਮਸ਼ੀਨਰੀ ਨੂੰ ਸਟਾਰਟ ਕਰਦੇ ਆ, ਉਹ ਇੱਕ ਵਾਰੀ ਸਟਾਰਟ ਹੋ ਜਾਂਦੀ ਹੈ, ਮੁੜ ਕੇ ਘੰਟਾ 2 ਘੰਟੇ ਚੱਲ ਕੇ ਕਿਸੇ ਦਾ ਕੁਛ ਮੱਚ ਜਾਂਦਾ, ਕਿਸੇ ਦਾ ਕੁਛ ਮੱਚ ਜਾਂਦਾ। ਕਿਉਂ ਪਾਣੀ ਜਿੱਦਾਂ ਮੇਰਾ 28 ਦਿਨ ਤਾਂ ਭਿੱਜੀਆਂ ਰਹੀਆਂ ਉਹ, ਅਤੇ ਇਹ ਇਵੇਂ ਹੀ ਘਰ ਦਾ ਹਾਲ ਆ। ਹੁਣ ਘਰ 'ਚ ਪਾਣੀ ਸਾਰਿਆਂ ਨਾਲੋਂ ਵੱਧ ਰਿਹਾ। ਸੋ ਜਸਵੰਤ ਜੀ, ਦੇਵ ਜੀ, ਕਿਵੇਂ ਤੁਹਾਡੇ ਪਰਿਵਾਰ ਵੀ ਜਿਹੜੇ ਨੇ ਉਹ
ਪ੍ਰਭਾਵਿਤ ਹੋਏ ਨੇ ਇਹ ਖੈਰ ਅਸੀਂ ਜਾਣਦੇ ਹਾਂ। ਹੁਣ ਤੱਕ ਜਿਹੜਾ ਨਵੰਬਰ ਤੋਂ ਲੈ ਕੇ ਹੁਣ 2022 ਦੇ ਵਿੱਚ ਅਸੀਂ ਪਹੁੰਚ ਗਏ ਹਾਂ, ਸਾਲ ਚੜ੍ਹਦੇ ਤੁਹਾਨੂੰ ਤਾਂ ਬਹੁਤ ਸਾਰੀਆਂ ਉਮੀਦਾਂ ਜ਼ਾਹਿਰ ਜੀ ਗੱਲ ਹੈ ਹੋਣਗੀਆਂ, ਤੁਹਾਡੇ ਪਰਿਵਾਰਾਂ ਨੂੰ ਵੀ। ਪਰਿਵਾਰ ਤੁਹਾਡੇ ਬਿਖਰ ਚੁੱਕੇ ਨੇ, ਕੋਈ ਕਿਤੇ ਰਹਿ ਰਿਹਾ, ਕੋਈ ਕਿਵੇਂ ਰਹਿ ਰਿਹਾ। ਜਿਵੇਂ ਕਿ ਤੁਸੀਂ ਦੱਸਿਆ ਵੀ ਤੁਹਾਡੇ ਮਦਰ ਵੀ ਤੁਹਾਨੂੰ ਸਵਾਲ ਕਰਦੇ ਨੇ ਤਾਂ ਤੁਸੀਂ ਉਹਨਾਂ ਨੂੰ ਸੱਚਾਈ ਦੱਸ ਨਹੀਂ ਪਾ ਰਹੇ ਹੋ। ਤਾਂ ਹੁਣ ਕਿਵੇਂ ਜਿਹੜਾ ਹੈ ਤੁਹਾਡਾ ਬਸੇਰਾ ਹੁਣ ਚੱਲ ਰਿਹਾ ਹੈ, ਕਿਵੇਂ ਰੂਟੀਨ ਲਾਈਫ ਤੁਹਾਡੀ ਚੱਲ ਰਹੀ ਹੈ, ਕਿੱਥੋਂ ਤੋਂ ਕਿੱਥੋਂ ਤੱਕ ਤੁਸੀਂ ਪਹੁੰਚ ਗਏ ਹੋ ਤੇ ਅੱਗੇ ਕੀ ਫਿਰ ਸੋਚ ਵਿਚਾਰ ਚੱਲ ਰਿਹਾ? ਹਾਂਜੀ ਹਜੇ ਤਾਂ ਜਿੱਥੇ ਅਸੀਂ 15 ਨਵੰਬਰ ਵਾਲੇ ਦਿਨ ਜਿਵੇਂ ਘਰੋਂ ਨਿਕਲੇ ਸੀ ਸੇਮ ਉੱਥੇ ਹੀ ਖੜੇ ਆ ਜੀ। ਕੋਈ ਉਹਦੇ ਵਿੱਚ ਜਿਹੜੇ 4 ਪੈਸੇ ਕੋਲੇ ਸੀਗੇ ਉਹ ਵੀ ਲਾ ਲਏ ਜੀ। ਜਿਵੇਂ ਹੁਣ ਜਿਹੜਾ ਘਰ ਪਹਿਲਾਂ ਗਰਭ 'ਚ ਸਾਰਾ ਕੱਢਿਆ ਪੱਟਿਆ ਘਰ ਬਣੇ ਬਣਾਏ ਨੂੰ ਤੁਸੀਂ ਪਹਿਲਾਂ ਵੀ ਦੇਖ ਕੇ ਗਏ ਆ ਜੀ ਕਿੰਨਾ ਔਖਾ ਹੈਗਾ। ਹੁਣ ਸਾਨੂੰ ਐ ਬਹੁਤ ਵੱਡੀ ਹੋਪ ਸੀਗੀ ਵੀ ਗਵਰਨਮੈਂਟ ਨੇ ਸਾਡੀ ਹੈਲਪ ਕਰਨੀ ਆ। ਹੁਣ ਗਵਰਨਮੈਂਟ ਦੇ ਹਿਸਾਬ ਨਾਲ ਉਹ ਠੀਕ ਹੈਗਾ ਜੀ ਸਾਰਾ ਕੁਝ। ਉਹ ਕਹਿੰਦੇ ਹਾਂਜੀ ਜਿੰਨਾ ਤੁਹਾਡੇ ਏਕੜ ਤੇ ਕਾਸਟ ਆਉਣੀ ਅਸੀਂ ਪੇ ਕਰਾਂਗੇ। ਅਸੀਂ ਬਹੁਤ ਹੈਪੀ ਹਾਂ ਜੀ ਜੇ ਉਹ ਪੇ ਕਰਦੇ ਆ, ਪਰ ਉਹ ਸਾਨੂੰ ਅਪ ਫਰੰਟ ਪੇ ਕਰ ਦੇਣ ਜਾਂ ਉਹ ਕੋਈ ਟੀਮ ਤਿਆਰ ਕਰਨ। ਉਹਨਾਂ ਨੂੰ ਪਤਾ ਹੈਗਾ ਵੀ ਕਿਹੜੇ ਏਰੀਏ 'ਚ ਕਿੰਨੇ ਏਕੜ ਕਿਹਦੇ ਖਰਾਬ ਹੋਏ ਆ। ਸਾਡਾ ਸੀਵੀਅਰਲੀ 700 ਤੋਂ 800 1000 ਕੁ ਏਕੜ ਹੋਊਗਾ ਸ਼ਾਇਦ ਜਿਹੜਾ ਰੈਪ ਐਂਡ ਰਿਪਲੇਸ ਆ। ਹੁਣ ਅੱਡੋ ਅੱਡੀ ਇਹ ਬੇਰੀ ਦੀ ਪ੍ਰੋਬਲਮ ਹੈਗੀ ਹੈ। ਕਈਆਂ ਬੇਰੀਆਂ ਦੇ ਵਿੱਚ ਪਾਣੀ ਆਇਆ ਜੀ 2-4 ਦਿਨ ਖੜ੍ਹ ਗਿਆ ਜਾਂ 10 ਦਿਨ ਖੜਾ, ਕਿਸੇ ਦਾ ਸਾਡਸਟ ਹੀ ਗਿਆ, ਕਿਸੇ ਦੀ ਸੋਇਲ ਖਰਾਬ ਹੋਈ ਆ। ਉਹੋ ਜਿਹੀਆਂ ਚੀਜ਼ਾਂ 'ਤੇ ਕਾਸਟ ਨਹੀਂ ਜ਼ਿਆਦਾ ਆਉਣੀ ਜੀ। ਹੋ ਸਕਦਾ ਉਹ $8200 'ਚ ਹੀ ਕਵਰ ਕਰ ਜਾਣ। ਉਹ ਗਵਰਨਮੈਂਟ ਨੇ ਆਏ ਵੀ ਕਿਹਾ ਵੀ ਜੇ ਜ਼ਿਆਦਾ ਖਰਚਾ ਆਇਆ ਵੀ ਅਸੀਂ ਦੇਵਾਂਗੇ। ਸਾਨੂੰ ਆਏ ਨਹੀਂ ਗਾ ਜੀ ਗਵਰਨਮੈਂਟ ਦੇ ਨਹੀਂ ਰਹੀ। ਗਵਰਨਮੈਂਟ ਪੈਸੇ ਦੇ ਰਹੀ ਆ ਪਰ ਉਹ ਦੇ ਖੋਰ ਖੋਰ ਕੇ ਰਹੀ ਆ ਜੀ। ਵੀ ਇਹ ਸਜ਼ਾ ਕਾਹਤੋਂ ਦੇ ਰਹੀ ਆ ਜੀ ਸਾਨੂੰ? ਅਸੀਂ ਕੋਈ ਪੈਸਾ ਨਹੀਂ ਮੰਗਦੇ ਜੀ ਉਹਨਾਂ ਤੋਂ, ਨਾ ਸਾਥੋਂ ਬਿੱਲ ਲੈਣ। ਸਾਡਾ ਫਾਰਮ ਉਹ ਰੈਡੀ ਕਰਕੇ ਸਾਨੂੰ ਕਹਿਣ ਵੀ ਆਹ ਚੱਕੋ ਜੀ। ਅਸੀਂ ਕੋਈ ਪੈਸਾ ਨਹੀਂ ਮੰਗਦੇ ਵੀ ਜੇ ਉਹਨਾਂ ਨੂੰ ਹੋਊਗਾ ਵੀ ਅਸੀਂ ਇਹਨਾਂ ਨੂੰ ਪੈਸੇ ਦਿੰਦੇ ਹਾਂ। ਉਹਨਾਂ ਨੂੰ ਪਤਾ ਕਿੰਨੀ ਕਾਸਟ ਆਉਣੀ ਆ। ਸਾਡਾ ਪ੍ਰੈਪ ਕਰਕੇ ਜਿਵੇਂ ਸਾਡੇ ਫੀਲਡ ਪਹਿਲਾਂ ਸੀ ਸਾਡੇ ਫੀਲਡ ਉਵੇਂ ਆਪਦੀ ਟੀਮ ਤਿਆਰ ਕਰਕੇ ਆਪਦੇ ਬੰਦੇ ਹਾਇਰ ਕਰਕੇ ਸਾਡੀ ਬੇਰੀ ਲਵਾ ਦੇਣਾ। ਸੋ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਸੀਗਾ ਵੀ ਪੈਸੇ ਜਿਹੜੇ ਨੇ ਉਹ ਜ਼ਿਆਦਾ ਡਿਮਾਂਡ ਕੀਤੀ ਜਾ ਰਹੀ ਹੈ, ਕੁਝ ਵੀ ਇਹ ਘਰ ਫਿਰ ਤੋਂ ਬਣ ਗਏ ਤੇ ਰੀਸੇਲ ਕੀਤੇ ਜਾਣਗੇ। ਇਹ ਵੀ ਕਿਤੇ ਨਾ ਕਿਤੇ ਗੱਲ ਸੁਣਨ ਨੂੰ ਮਿਲੀ ਸੀਗੀ। ਸੋ ਇਹਦੇ ਵਿੱਚ ਜਾਂ ਗਵਰਨਮੈਂਟ ਆ ਜਾਂ ਕੋਈ ਹੋਰ ਬੰਦਾ ਸੋਚਣ ਵਾਲਾ, ਕੋਈ ਬੰਦਾ ਕਿਸੇ 'ਤੇ ਕੰਡੀਸ਼ਨ ਨਹੀਂ ਲਾ ਸਕਦਾ ਜੀ। ਇਹ ਹਰੇਕ ਬੰਦੇ ਨੂੰ ਫਰੀਡਮ ਹੈ ਜੀ, ਡੈਮੋਕ੍ਰੇਸੀ ਆ। ਹੁਣ ਮੇਰੀ ਮਰਜ਼ੀ ਆ ਜੀ, ਮੈਂ ਰਹਿਣਾ ਘਰ ਦੇ ਵਿੱਚ ਜਾਂ ਮੈਂ ਵੇਚਣਾ ਜੀ, ਹੈ ਨਾ ਜੀ। ਇਹ ਜੇ ਮੈਂ ਉੱਥੇ ਜ਼ਰੂਰ ਮੈਂ ਪਹਿਲਾਂ ਵੀ ਕਹਿ ਕੇ ਚੱਲ ਚੁੱਕਿਆ ਜੀ। ਜਿਵੇਂ ਹੁਣ ਐਗਰੀਕਲਚਰ ਲੈਂਡ ਆ, ਜੇ ਇੱਥੇ ਬਲੂਬੇਰੀ ਆ ਉਹ ਗਵਰਨਮੈਂਟ ਜੇ ਉਹ ਕਿਸੇ ਬੰਦੇ ਨੂੰ ਪੈਸੇ ਦਿੰਦੀ ਆ, ਉਹ ਕੰਡੀਸ਼ਨ ਹੋਵੇ ਵੀ ਤੈਨੂੰ ਪਲਾਂਟ ਲਾਉਣੇ ਪੈਣੇ ਆ ਕਿਉਂਕਿ ਲੋੜ ਆ ਇਸ ਚੀਜ਼ ਦੀ ਵੀ ਐਗਰੀਕਲਚਰ ਨਾ ਖਰਾਬ ਹੋਵੇ। ਇਹ ਚੀਜ਼ ਕਿਤੇ ਕਿਸੇ ਨੂੰ ਦਬਾਅ 'ਚ ਵੀ ਨਹੀਂ ਰਹਿਣਾ ਚਾਹੀਦਾ ਜੀ। ਇਹ ਮੇਰੀ ਮਰਜ਼ੀ ਆ ਜੀ। ਮੇਰਾ ਮਨ ਕਰਿਆ ਤਾਂ ਮੈਂ ਇੱਥੇ ਹੋਰ ਏਕੜ ਵੀ ਲੈ ਲੂੰਗਾ ਜੇ ਮੇਰੇ ਕੋਲ 4 ਪੈਸੇ ਹੋਏ। ਜੇ ਮੇਰਾ ਜੀ ਕੀਤਾ ਜੀ ਮੈਂ ਵੇਚ ਵੀ ਸਕਦਾ ਜੀ। ਇਹ ਤਾਂ ਕੰਡੀਸ਼ਨ ਹੋ ਹੀ ਨਹੀਂ ਸਕਦੀ ਕਿਸੇ 'ਤੇ ਵੀ। ਦੇਵ ਜੀ, ਤੁਹਾਨੂੰ ਤੁਹਾਡੇ ਬੱਚੇ ਨੇ ਛੋਟੇ ਛੋਟੇ, ਉਹ ਅੱਜ ਵੀ ਹੁਣ ਸਵਾਲ ਪੁੱਛਦੇ ਨੇ ਜਦੋਂ 2022 ਵੀ ਚੜਿਆ ਤਾਂ ਉਹ ਕੀ ਸਵਾਲ ਕਰਦੇ ਨੇ ਕਿ ਕਿਉਂਕਿ ਪਹਿਲਾਂ ਦਾ ਜੋ ਉਹਨਾਂ ਨੇ ਰਹਿਣ ਸਹਿਣ ਦੇਖਿਆ ਹੋਇਆ ਉਹ ਬਿਲਕੁਲ ਹੀ ਡਿਫਰੈਂਟ ਸੀਗਾ। ਨਵੰਬਰ ਤੋਂ ਬਾਅਦ ਰਹਿਣ ਸਹਿਣ ਤੁਹਾਡੇ ਪਰਿਵਾਰਾਂ ਦਾ ਬਿਲਕੁਲ ਹੀ ਬਦਲ ਚੁੱਕਿਆ। ਹਾਂਜੀ 16 ਨਵੰਬਰ ਨੂੰ ਹੜ੍ਹ ਆਇਆ ਸੀਗਾ ਤੇ ਡਾਈ ਟੁੱਟੀ ਸੀ ਕਹਿ ਲਓ ਬਈ। ਤੇ ਦਸੰਬਰ ਦੇ ਵਿੱਚ ਆਪਾਂ ਲਾਉਂਦੇ ਆ ਟਰੀ, ਕ੍ਰਿਸਮਸ ਟਰੀ। ਜਦੋਂ ਹੁਣ ਆਪਾਂ ਇੱਥੇ ਰਹਿੰਦੇ ਆ ਤਾਂ ਇਦਾਂ ਦੇ ਮਾਹੌਲ 'ਚ ਰਾਈਟ ਬੱਚੇ ਸਕੂਲ ਗੱਲ ਕਰਦੇ ਆ ਟਰੀ ਲਾ ਲਿਆ ਬੱਚਿਆਂ ਨੇ। ਤੇ ਜੀ ਦੂਸਰੇ ਦਿਨ ਮੇਰੀ ਛੋਟੀ ਡਾਟਰ ਆ 6 ਸਾਲ ਦੀ, ਉਹ ਸਵਾਲ ਕਰਦੀ ਆ, ਕਹਿੰਦੀ ਮੰਮੀ ਸੈਂਟਾ ਨੇ ਐਤਕੀ ਗਿਫਟ ਨਹੀਂ ਰੱਖੇ ਟਰੀ ਦੇ ਥੱਲੇ। ਤੇ ਵਾਈਫ ਵਿਚਾਰੀ ਕਹਿੰਦੀ ਪੁੱਤ ਐਤਕੀ ਲਿਆ ਨਹੀਂ ਜਾਣਾ ਕੁਛ ਵੀ, ਸੈਂਟਾ ਨੇ ਰੱਖ ਕੇ ਨਹੀਂ ਜਾਣਾ, ਹੜ੍ਹ ਆਇਆ ਹੋਇਆ ਆਪਣੇ। ਤੇ ਮੈਂ ਬਹੁਤ ਨਾਲੇ ਤਾਂ ਅੱਖਾਂ ਭਰ ਆਇਆ, ਨਾਲੇ ਮੈਂ ਕਿਹਾ ਵੀ ਪਲੀਜ਼ ਇੱਦਾਂ ਨਾ ਤੂੰ ਇਹਨਾਂ ਨੂੰ ਨਾ ਕਹੀਂ ਹੜ੍ਹ ਆ ਗਿਆ, ਕੋਈ ਗੱਲ ਨਹੀਂ, ਨਾ ਹੋਇਆ ਲੋਟ ਵੇਚ ਦਿਆਂਗੇ, ਹੋਰ ਕੀ ਆ। ਇਹੀ ਆ ਜੀ। ਹਰੇਕ ਬੱਚਿਆਂ ਦੀਆਂ ਵੀ ਆਸਾਂ ਲੱਗੀਆਂ ਰਾਈਟ। ਬੱਚੇ ਵੀ ਸਹਿਮੇ ਹੋਏ ਸੀਗੇ ਕਿਉਂਕਿ ਇਦਾਂ ਦਾ ਮਾਹੌਲ ਪਹਿਲਾਂ ਕਦੇ ਲਾਈਫ 'ਚ ਦੇਖਿਆ ਨਹੀਂ ਸੀ ਰਾਈਟ। ਤੇ ਜਾਣਦੀ ਮੈਂ ਵਾਈਫ ਨੂੰ ਕਿਹਾ, ਮੈਂ ਕਿਹਾ ਪਲੀਜ਼ ਇੱਦਾਂ ਨਾ ਕਹਿ ਤੂੰ ਇਹਨਾਂ ਨੂੰ। ਮੈਂ ਕਿਹਾ ਇਹਦੇ ਮਨ 'ਚ ਜਾਣਾ ਵੀ ਖਾਨੀ ਡੈਡੀ ਹੋਣਾ ਦਾ ਸਾਰਾ ਕੁਝ ਹੀ ਰੁੜ ਗਿਆ ਹੜ੍ਹ ਦੇ ਵਿੱਚ ਰਾਈਟ। ਠੀਕ ਆ, ਹਰੇਕ ਦੀਆਂ ਭਾਵਨਾਵਾਂ ਹੁੰਦੀਆਂ। ਇੰਨੀ ਛੋਟੀ ਏਜ ਦੇ ਵਿੱਚ ਇਦਾਂ ਦਾ ਸਵਾਲ ਉਹਨੂੰ ਕਰਤਾ ਰਾਈਟ, ਤੇ ਉਹਦੇ ਮਨ ਤੇ ਕੀ ਜਾਊਗਾ। ਮੈਂਟਲੀ ਜਿਹੜੀ ਪਰੇਸ਼ਾਨੀ ਨਾਲ ਤੁਸੀਂ ਜੂਝ ਰਹੇ ਹੋ, ਆਲਰੇਡੀ ਕਈ ਲੋਕ ਇਸ ਹੜ੍ਹ ਕਰਕੇ ਡਿਪਰੈਸ਼ਨ ਦੇ ਵਿੱਚ ਆਏ ਤੇ ਅੱਗੇ ਛੋਟੇ ਛੋਟੇ ਬੱਚਿਆਂ ਨੂੰ ਵੀ ਉਹੀ ਚੀਜ਼ ਡਿਲੀਵਰ ਹੋ ਰਹੀ ਹੈ। ਹਾਂਜੀ ਇੱਥੇ ਹੈਗੇ ਆ ਜੀ 1-2 ਸਾਡੇ ਬੰਦੇ, ਉਹ ਵੀ ਵਿਚਾਰੇ ਜਿੱਦਾਂ ਕਹਿ ਲਓ ਵੀ ਡਿਪਰੈਸ਼ਨ ਦੇ ਵਿੱਚ ਆ ਤੇ ਕੋਈ ਡਰਿੰਕ ਕਰਨ ਲੱਗ ਗਿਆ। ਕਿਉਂਕਿ ਕੋਈ ਬੰਦਾ ਝੱਲ ਸਕਦਾ, ਕੋਈ ਨਹੀਂ ਝੱਲ ਸਕਦਾ ਰਾਈਟ। ਇਦਾਂ ਦਾ ਹੁੰਦਾ ਵਾ। ਤੇ ਪਰ ਮੈਂ ਤਾਂ ਇਹੀ ਕਹੂੰਗਾ ਗੌਰਮੈਂਟ ਨੂੰ ਦੇਣਾ ਹੀ ਆ। ਮੀਂਗਣਾ ਪਾ ਕੇ ਦੇਣ ਵਾਲੀ ਗੱਲ ਕਾਹਤੇ ਕਰਦੇ ਆ ਰਾਈਟ। ਜੇ ਦੇਣਾ ਹੀ ਆ ਤਾਂ ਸਾਨੂੰ ਦੇਣ ਤੇ ਜਾਂ ਸਾਡਾ ਕੰਮ ਕਰਾ ਦੇਣ, ਸਾਨੂੰ ਰਿਪਲੇਸ ਕਰਕੇ ਤੇ ਕਹਿ ਦੇਣਾ ਫੜੋ ਚਾਬੀਆਂ ਤੇ ਕਰੋ ਕੰਮ।
ਅਸੀਂ ਆਪ ਤਾਂ ਨਹੀਂ ਕਿਹਾ ਵੀ ਸਾਡੇ ਪਾਣੀ ਭੇਜੋ, ਤੇ ਫਿਰ ਟੈਕਸ ਦੇ ਵਿੱਚ ਐਵਰੇਜ ਈਅਰ ਮੈਂ $7800 ਡਾਈਕਿੰਗ ਦਾ ਦਿੰਨਾ ਮੈਂ ਇਹਨਾਂ ਦੀ ਪਾਣੀ ਦਾ, ਤੇ ਪੈਸੇ ਵੀ ਲਈ ਜਾਂਦੇ ਆ ਨਾਲੇ ਡਬੋਤਾ। ਦੋ ਚੀਜ਼ਾਂ ਇਹੋ ਜਿਹੇ ਕੰਟਰੀ ਦੇ ਵਿੱਚ ਅਸੀਂ ਕਦੇ ਹੋਪ ਸੋਚਿਆ ਨਹੀਂ ਸੀ ਵੀ ਆ ਇਦਾਂ ਵੀ ਹੋ ਸਕਦਾ। ਅਸੀਂ ਸਿਕਿਉਰ ਕੰਟਰੀ ਮੰਨਦੇ ਸੀ, ਤਾਂ ਹੀ ਤਾਂ ਅਸੀਂ ਇੱਥੇ ਆ ਕੇ ਰਹਿਣ ਲੱਗੇ ਆ। ਹਾਂਜੀ ਜੀ ਇੱਕ ਗੱਲ ਮੈਂ ਹੋਰ ਦੱਸਦਾ ਹੈਗਾ, ਹਜੇ ਵੀ ਲੋਕਾਂ ਦੇ ਮਨ ਦੇ ਵਿੱਚ ਡਰ ਹੈਗਾ ਜੀ। ਜਿਹੜਾ ਮੀਂਹ ਆਉਣਾ ਜੀ, ਕੁਦਰਤ ਆਉਣੀ ਆ, ਉਹਨੂੰ ਕੋਈ ਰੋਕ ਨਹੀਂ ਸਕਦਾ ਜੀ ਕਿੰਨਾ ਆਉਣਾ ਹੈਗਾ। ਮੀਂਹ ਦੇ ਨਾਲ ਅਸੀਂ ਫਲੱਡ ਨਹੀਂ ਹੁੰਦੇ ਜੀ ਇੱਥੇ। ਇਹ ਮੇਰੇ ਕੋਲ ਵੀਡੀਓ ਹੈ, ਮੈਂ ਤੁਹਾਨੂੰ ਦੇ ਵੀ ਦਊਂ ਜੇ ਤੁਸੀਂ ਆਪਦੇ ਸ਼ੋਅ 'ਚ ਦਿਖਾਉਣੀ ਹੈਗੀ ਆ ਵੀ ਡਾਈਕ ਟੁੱਟ ਕੇ ਆਇਆ। ਹਜੇ ਇਹਨਾਂ ਨੇ ਉਹ ਵੀ ਕੋਈ ਸਾਨੂੰ ਹਜੇ ਗਰੰਟੀ ਨਹੀਂ ਗੀ ਜੀ। ਸਪੋਜ਼ ਕਰ ਲਓ ਅਸੀਂ ਅੱਜ ਘਰ ਬਣਾ ਲਏ, ਸਾਰਾ ਕੁਝ ਕਰ ਲਏ, ਜੇ ਕੱਲ੍ਹ ਨੂੰ ਡਾਈਕ ਟੁੱਟ ਜਾਏ ਜੀ। ਬਿਲਕੁਲ। ਔਰ ਉਹਦੇ ਵਾਸਤੇ ਅਸੀਂ ਦੇਖਿਆ ਇਸ ਰਿਕਵਰੀ ਪਲਾਨ ਦੇ ਵਿੱਚ ਕੁਝ ਵੀ ਨਹੀਂ ਉਹਦੇ ਬਾਰੇ ਦੱਸਿਆ ਵੀ ਦੁਬਾਰਾ ਤੋਂ ਜਿਹੜਾ ਇਹਨਾਂ ਦੀ ਵੀ ਸੈਟਿੰਗ ਕੀਤੀ ਜਾਏਗੀ ਕਿ ਅੱਗੇ ਤੋਂ ਜਿਹੜੇ ਹੜ੍ਹ ਇਦਾਂ ਦੇ ਆਉਣ ਹੀ ਨਾ। ਵੀ ਕੋਈ ਜਾਂ ਸਿਟੀ ਮੇਅਰ ਦਾ ਬਿਆਨ ਜਾਂ ਮਿਨਿਸਟਰ ਦਾ ਜਾਂ ਕੁਛ ਦਾ ਵੀ ਜਿਹੜੀਆਂ ਡਾਈਕਸ ਹੈਗੀਆਂ ਵੀ ਉਹਨਾਂ ਦੀ ਕਿੰਨੀ ਕੁ ਰਿਪੇਅਰ ਕਰਨਗੇ ਜਾਂ ਕਿਸ ਹਿਸਾਬ ਨਾਲ ਹੋ ਰਹੀ ਹੈ, ਕੀ ਇਹਨਾਂ ਚੀਜ਼ਾਂ ਦੀ ਗਾਰੰਟੀ ਹੈਗੀ ਹੈ ਫਿਊਚਰ ਲਈ ਜੀ। ਕਦੇ ਵੀ ਜਿੰਨਾ ਮਰਜ਼ੀ ਮੀਂਹ ਪਈ ਜਾਵੇ ਜੀ, ਜਿਹੜਾ ਮੀਂਹ ਐਂ ਤਾਂ ਹੈ ਨਹੀਂਗਾ ਜੀ ਇੱਕੇ ਦਿਨ ਹੀ ਡਿੱਗ ਪੈਣਾ ਸਾਰਾ। ਉਹ ਮੀਂਹ ਦਾ ਜਿਹੜਾ ਪਾਣੀ ਆ ਜੀ, ਉਹ ਡਰੇਨ ਸਿਸਟਮ ਬਹੁਤ ਵਧੀਆ, ਉਹ ਪਾਣੀ ਜਾਈ ਜਾਂਦਾ ਤੇ ਉਹਨੂੰ ਪੰਪ ਕਰੀ ਜਾਂਦੇ ਆ, ਫਿਰ ਪਾਣੀ ਸਾਡੇ ਖੜਦਾ ਨਹੀਂਗਾ ਜੀ ਫਾਰਮਾਂ ਦੇ ਵਿੱਚ। ਇੱਕ ਦੇ ਹੁਣ ਜਿਵੇਂ ਹੁਣ ਛੋਟੇ ਪਲਾਂਟ ਹੈਗੇ ਆ, ਉਹ ਹੁਣ ਜੇ ਹੁਣ ਜ਼ਿਆਦਾ ਮੀਂਹ ਪੈਂਦਾ 2-3 ਸਾਲ, ਜੇ ਉਹਨਾਂ ਦੇ ਪਾਣੀ ਖੜ ਗਿਆ ਉੱਤੋਂ ਦੀ, ਸਾਨੂੰ ਤਾਂ ਇਸ ਚੀਜ਼ ਦਾ ਵੀ ਡਰ ਹੈ ਜੀ। ਅਸੀਂ ਜਦੋਂ ਨਵੀਂ ਬੇਰੀ ਲਾਵਾਂਗੇ, ਜੇ ਇਹਨਾਂ ਦਾ ਸਿਸਟਮ ਨਾ ਵਧੀਆ ਹੋਇਆ, ਨਿੱਕੀ ਬੇਰੀ ਤਾਂ ਬਹੁਤ ਛੇਤੀ ਮਰਨੀ ਆ। ਉਹਦੀ ਵੀ ਇਹਨਾਂ ਨੂੰ ਗਾਰੰਟੀ ਕੋਈ ਕਰਨੀ ਚਾਹੀਦੀ, ਦੱਸਣਾ ਚਾਹੀਦਾ ਕਿਸੇ ਨੂੰ ਵੀ ਇਹ ਨੈਕਸਟ ਟਾਈਮ ਇਹ ਚੀਜ਼ਾਂ ਹੈਪਨ ਨਹੀਂ ਹੁੰਦੇ। ਸਰ ਕੀ ਕਹਿਣਾ ਚਾਹੁੰਦੇ ਹੋ ਹੁਣ, ਕੀ ਮੈਸੇਜ ਤੁਹਾਡਾ ਹੈਗਾ? ਹਾਲਾਤ ਇਸ ਅਨਾਉਂਸਮੈਂਟ ਦੇ ਨਾਲ ਵੀ ਜਿਹੜੇ ਨਹੀਂ ਬਦਲੇ ਤੇ ਨਾ ਹੀ ਤੁਹਾਨੂੰ ਅੱਗੇ ਬਦਲਦੇ ਦਿਖਾਈ ਦੇ ਰਹੇ, ਕੀ ਮੰਗ ਕਰਦੇ ਹੋ ਸਰਕਾਰ? ਨਹੀਂ, ਹਾਲਤ ਤਾਂ ਇਸ ਅਨਾਉਂਸਮੈਂਟ ਨਾਲ ਤਾਂ ਕੋਈ ਨਹੀਂ ਬਦਲੇ, ਕਿਉਂਕਿ ਅਨਾਉਂਸਮੈਂਟ ਉਨੀ ਕੀ ਹੈ ਵੀ ਜਿੰਨੀ ਕੁ ਸਿਰਫ ਬੇਰੀ ਪੱਟ ਸਕਦੇ ਹਾਂ ਅਸੀਂ। ਤੇ ਹੁਣ ਘਰ ਦੇ ਖਰਚੇ ਜਾਂ ਇਹਦੀ ਮੋਰਗੇਜ ਕਿੱਥੋਂ ਚਲਾਉਣੀ ਆ, ਉਹਦਾ ਸਾਨੂੰ ਹੁਣ ਅਸੀਂ ਉਹ ਜਾਣਦੇ ਆ ਵੀ ਕਿਵੇਂ ਚਲਾਵਾਂਗੇ ਜਾਂ ਨਹੀਂ। ਹੁਣ ਮੈਂ ਤਾਂ ਸਿਰਫ ਇਕੱਲਾ ਫਾਰਮ 'ਤੇ ਸੀਗਾ, ਹੁਣ ਦੇਵ ਵੀ ਇਕੱਲਾ ਫਾਰਮ 'ਤੇ ਆ, ਹੋਰ ਕੋਈ ਕੰਮ ਨਹੀਂ ਕਰਦੇ। ਤੇ ਹੁਣ ਇਹ ਤਾਂ ਹੈ ਨਹੀਂ ਵੀ ਹੁਣ ਅਸੀਂ ਕੋਈ ਟਰੱਕ ਚਲਾਉਂਦੇ ਜਾਂ ਉੱਥੇ ਲਿਆ ਕੇ ਪੈਸੇ ਪਾ ਦਿਆਂਗੇ। ਤੇ ਜਦੋਂ ਹੁਣ ਸਾਡੀ ਤਾਂ ਰੋਟੀ ਇਹ ਤੋਂ ਚੱਲਦੀ ਸੀ, ਜੇ ਸਾਡੀ ਰੋਟੀ ਕੋਈ ਖੋਹ ਲਈ ਤੇ ਹੁਣ ਗਾਂਹ ਸਾਡਾ ਪੇਮੈਂਟ ਕਿੱਥੋਂ ਆਊਗੀ? ਹੁਣ ਇਹ ਕਹਿ ਦਿੰਦਾ, ਅਸੀਂ ਵੀ ਸਾਰੇ ਲੋਕੀ ਕਹਿ ਦਿੰਦੇ ਆ ਗੌਰਮੈਂਟ ਨੇ ਤੁਹਾਨੂੰ ਪੈਸੇ ਦੇ ਦੇਣੇ ਯਾਰ, ਕੋਈ ਨਹੀਂ ਹੋ ਜੂ। ਮੈਂ ਕਿਹਾ ਵੀ ਹੋਊ ਕਿਵੇਂ? ਹੁਣ ਇਹ ਵੀ ਸਮਝਾਓ ਨਾ ਸਾਨੂੰ। ਗੌਰਮੈਂਟ ਪਲਾਂਟਾਂ ਦੇ ਪੈਸੇ ਦੇ ਦੂ, ਚੱਲ ਬਾਕੀ ਤਾਰਾਂ ਪਾ ਦੂ, ਹੋਰ ਕੁਛ ਹੋ ਜੂ। ਤੇ ਜਿਹੜੀ ਵਿਆਜ ਦੇਣਾ ਜਾਂ ਗੌਰਮੈਂਟ ਨੂੰ ਆਪਣਾ ਬੈਂਕ ਨੂੰ ਪੇਮੈਂਟ ਦੇਣੀ ਆ, ਉਹ ਕਿੱਥੋਂ ਜਾਊਗੀ? ਘਰੇ ਜਿਹੜੀ ਗਰੋਸਰੀ ਲਿਆਉਣੀ ਉਹ ਕਿੱਥੋਂ ਆਊਗੀ? ਤੇ ਹੁਣ ਤਾਂ ਅਸੀਂ ਆਏ ਵੀ ਜੇਬ ਚੋਂ ਬਟੂਆ ਕੱਢਣ ਦਾ ਹਿੰਮਤ ਹੀ ਨਹੀਂ ਪੈਂਦੀ ਵੀ ਕਿਤੇ ਖਰਚ ਦਈਏ ਕੁਛ। ਤੇ ਅੱਗੇ ਸਾਨੂੰ ਆਏ ਹੁੰਦਾ ਸੀ ਵੀ ਚੱਲ ਕੋਈ ਨਹੀਂ ਵੀ ਐਤਕੀ ਆ ਜਾਣੇ ਆ, ਵੀ ਦਸੰਬਰ ਆ ਗਿਆ ਵੀ ਮੂਰਲੀ ਬੇਰੀ ਕਰਨੀ, ਫੇਰ ਝਾਕਣ ਲੱਗ ਜਾਂਦੇ ਸੀ ਵੀ ਚਲੋ ਕੋਈ ਨਹੀਂ ਫੇਰ ਆ ਜਾਊਗੀ, ਵੀ ਚਲੋ ਪ੍ਰੋਡਕਸ਼ਨ ਹੈਗੀ ਆ, ਵੀ ਆਪਣੇ ਕੋਲੇ ਹੁਣ ਬੈਠਿਆਂ ਰੋਟੀ ਖਾਈ ਜਾਂਦੇ। ਤੇ ਹੁਣ 3 ਮਹੀਨੇ ਹੋ ਗਏ ਇੱਥੇ ਹੁਣ ਘਰੋਂ ਬੇਘਰ ਹੋਇਆਂ ਨੂੰ। ਤੇ ਹੁਣ ਘਰ ਦਾ ਉੱਥੇ ਟਾਊਨ 'ਚ ਇੱਕ ਰੈਂਟ 'ਤੇ ਲਿਆ ਵਾ, ਛੋਟਾ ਜਿਹਾ ਘਰ ਆ ਉਹ, ਤੇ ਉਹਦਾ 2400-2500 ਰੈਂਟ ਆ, ਪਲੱਸ ਬਿੱਲ ਬੱਤੀਆਂ ਉਹਦੀਆਂ ਪਈ ਜਾਂਦੀਆਂ, ਪਲੱਸ ਹੁਣ ਇਹਦੀਆਂ ਬਿੱਲ ਬੱਤੀਆਂ ਪਈ ਜਾਂਦੀਆਂ ਇੱਥੇ, ਤੇ ਉਹ ਦੇਣੇ ਕਿੱਥੋਂ ਆ? ਜਸਵੰਤ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਕੀ ਮੈਸੇਜ ਆਪਣਾ ਕੀ ਅਪੀਲ ਕਰਨਾ ਚਾਹੋਗੇ? ਕਿਉਂਕਿ ਜਦੋਂ ਇਹ ਅਨਾਉਂਸਮੈਂਟ ਹੋਈ ਹੈ ਤਾਂ ਕਾਫੀ ਸਾਰੇ ਲੋਕ ਵੀ ਤੇ ਸਰਕਾਰਾਂ ਵੀ ਆਪਣੇ ਤੌਰ ਤੇ ਖੁਸ਼ ਹੋ ਗਈਆਂ ਸੀ ਵੀ ਬਹੁਤ ਵੱਡੀ ਅਸੀਂ ਅਨਾਉਂਸਮੈਂਟ ਕਰ ਦਿੱਤੀ ਜਿਹਦੇ ਨਾਲ ਤੁਹਾਡਾ ਸਾਰਾ ਕੁਝ ਸੈੱਟ ਹੋਣ ਵਾਲਾ ਹੈ। ਹਾਂਜੀ, ਅਨਾਉਂਸਮੈਂਟ ਤੇ ਅਸੀਂ ਆਏ ਨਹੀਂ ਕਹਿੰਦੇ ਵੀ ਅਸੀਂ ਅਨਹੈਪੀ ਹਾਂ ਜਿੰਨਾ ਗਵਰਨਮੈਂਟ ਦੇ ਰਹੀ ਹੈ, ਜੇ ਉਹਦਾ ਢੰਗ ਹੋਵੇ ਦੇਣ ਦਾ ਜੀ। ਉਹ ਅਸੀਂ ਹੁਣ ਜਿਵੇਂ ਆਪਣੇ ਗਾਰਲਿਕ ਵਾਲਿਆਂ ਦੀ ਗੱਲ ਕਰਦੇ ਹਾਂ, ਸੌਡ ਫੀਲਡ ਦੀ ਆ ਜਾਂ ਟਿਊਬਲਿਪਸ ਵਾਲਿਆਂ ਦੀ ਹੈਗੀ ਆ, ਉਹਨਾਂ ਨੂੰ ਇਹਨਾਂ ਨੇ ਪੈਕੇਜ ਦੇ ਦੇਣਾ 43,000, ਜਿਵੇਂ ਸਾਨੂੰ 8270 ਦੇਣੇ ਆ। ਉਹਨਾਂ ਦਾ ਨੁਕਸਾਨ ਹੋਇਆ ਸੀ, ਉਹਨਾਂ ਨੂੰ ਪੈਸੇ ਦੇ ਤੇ ਹੈਪੀ ਆ ਜੀ। ਸਾਡਾ ਵੀ ਇਹਨਾਂ ਨੇ ਥਿੰਦ ਨਾਲ ਇੰਟਰਵਿਊ ਸੀਗੀ ਮਿਨਿਸਟਰ ਦੀ, ਉਦੋਂ ਸੁਣਦੇ ਸੀ ਅਸੀਂ, ਉਹਦੇ ਵਿੱਚ ਉਹਨੇ ਕਿਹਾ ਵੀ ਜਿਹੜਾ ਸਾਨੂੰ ਬਿੱਲ ਦੇਣ ਅਸੀਂ ਪੈਸੇ ਦੇ ਦਾਂਗੇ। ਵੀ ਸਾਨੂੰ ਇਹ ਮਤਰੇਈ ਵਾਲਾ ਸਲੂਕ ਨਹੀਂ ਸਾਨੂੰ ਚੰਗਾ ਲੱਗਿਆ ਜੀ। ਹਾਂ, ਜਾਂ ਕਿ ਕੰਪਨੀ ਹਾਇਰ ਕਰਨ, ਜਿਵੇਂ ਸਾਨੂੰ ਪਹਿਲਾਂ ਕਹਿ ਚੁੱਕਿਆ ਹੈਗਾ ਵੀ ਉਹ ਸਾਡਾ ਕੰਮ ਕਰਵਾ ਦੇਣ। ਅਸੀਂ ਆਏ ਨਹੀਂ ਕਹਿੰਦੇ ਵੀ ਗਵਰਨਮੈਂਟ ਸਾਡੀ ਹੈਲਪ ਨਹੀਂ ਕਰਦੀ, ਜਾਂ ਸਾਨੂੰ ਤਾਂ ਹੋਪ ਹੈਗੀ ਹੈ ਵੀ ਕਰੂਗੀ ਉਹ, ਪਰ ਉਹਦਾ ਕੋਈ ਢੰਗ ਹੋਣਾ ਚਾਹੀਦਾ। ਹਾਂ, ਉਹ ਸਾਨੂੰ, ਅਸੀਂ ਢੰਗ ਤੋਂ ਨਾਰਾਜ਼ ਹੈਗੇ ਆ ਵੀ ਜਿਹੜਾ ਗਵਰਨਮੈਂਟ ਨੇ ਤੁਹਾਡੇ ਵਾਲਾ ਢੰਗ ਜਿਹੜਾ ਉਹ ਨਾ ਸੁਣਿਆ, ਆਪਣੇ ਵਾਲਾ ਹੀ ਅਪਣਾਇਆ ਤਾਂ ਕੀ ਕਰੋ? ਕਰਨਾ ਕੀ ਹੈ ਜੀ, ਫਿਰ ਰੋਡ ਤੇ ਆ ਜਾਾਂਗੇ। ਹੁਣ ਹਰੇਕ ਬੰਦੇ ਦਾ ਜੀ, ਜੇ ਹੁਣ ਸਾਡੇ ਕੋਲੇ ਫਾਰਮ ਹੈਗਾ ਜੀ, ਸਾਡੇ ਖਰਚੇ ਵੀ ਉਨੇ ਆ ਜੀ।
ਹੁਣ ਮਸ਼ੀਨਰੀ ਆ ਹੋਰ ਹੈ, ਇੱਥੇ ਕੋਈ ਵੀ ਬੰਦਾ ਜੀ ਚੈੱਕ ਲੈਵ ਕਰਦਾ ਹੈਗਾ ਜੀ। ਹੁਣ ਆਪਣੇ ਜਿਵੇਂ ਪਬਲਿਕ ਆਮ ਲੋਕ ਹੈਗੇ ਆ, ਅਸੀਂ ਵੀ ਮਿੱਲ 'ਚ ਕੰਮ ਕਰਦੇ ਸੀ ਜਾਂ ਅੱਜ ਵੀ ਬੰਦੇ ਆਵਰਲੀ ਕੰਮ ਕਰਦੇ ਆ। ਬਹੁਤ ਬੰਦਿਆਂ ਨੂੰ ਮੈਂ ਦੇਖਿਆ ਸੀਗਾ ਜੀ, ਗੱਲਾਂ ਸੁਣਦੇ ਆ, ਜੇ ਕਿਸੇ ਦੇ 10-15 ਮਿੰਟ ਚੈੱਕ ਦੇ ਵਿੱਚ ਖਰਾਬ ਹੋ ਜਾਣ, ਆਫਿਸ 'ਚ ਚੈੱਕ ਲੈ ਕੇ ਚਲੇ ਜਾਂਦੇ ਆ ਵੀ ਸਾਡੇ 15 ਮਿੰਟ ਕੱਟ ਲਏ ਜਾਂ ਸਾਡਾ ਘੰਟਾ ਕੱਟ ਲਿਆ। ਤੁਸੀਂ ਪੁੱਛ ਵੀ ਸਕਦੇ ਕਿਸੇ ਨੂੰ। ਅੱਜ ਬਹੁਤ ਲੋਕ ਇਹ ਸੋਚਦੇ ਆ ਜਿਵੇਂ ਹੁਣ 228 ਮਿਲੀਅਨ ਇਹਨਾਂ ਨੇ ਰਕਮ ਬਹੁਤ ਵੱਡੀ ਬਣਾਤੀ ਜੀ, ਉਹਨੂੰ ਵੰਡਣਾ ਕਿੰਨੇ ਥਾਈਂ ਹੈ ਜੀ। ਅਸੀਂ ਆਪ ਦੱਸੀ ਜਾਂਦੇ ਹਾਂ ਜੀ, ਸਾਨੂੰ ਪੈਸੇ ਦਿੰਦੀ ਹੈ ਗਵਰਨਮੈਂਟ 8270 ਪਰ ਏਕੜ ਜੀ, ਸਾਡੀ ਕੋਸਟ ਹੈਗੀ ਹੈ 34,000 ਜੀ। ਉਹ ਗੈਪ ਕਿਵੇਂ ਪੂਰਾ ਹੋਊਗਾ ਜੀ ਸਾਡਾ? ਸਾਨੂੰ 8270 ਦੇ ਤੇ ਸਾਡੇ 10-11,000 ਡਾਲਰ ਦੇ ਤਾਂ ਪਲਾਂਟ ਹੀ ਹੈ ਇਕੱਲੇ। ਅਸੀਂ ਹੁਣ ਪਲਾਂਟ ਆਰਡਰ ਕਰ ਲਏ ਏਕੜ ਦੇ, ਹੁਣ ਅਸੀਂ ਉਹਨਾਂ ਨੂੰ ਲਾਉਣਾ ਕਿਵੇਂ ਹੈ ਜੀ ਫਿਰ? ਦੇਵ ਜੀ, ਤੁਸੀਂ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਜਿਵੇਂ ਤੁਸੀਂ ਆਪਣੀ ਗੱਲ ਦੱਸੀ ਹੈ ਵੀ ਤੁਹਾਡੇ ਬੱਚੇ ਹੁਣ ਛੋਟੇ ਨੇ ਤੇ ਉਹ ਸਵਾਲ ਕਰਦੇ ਨੇ, ਅਗਲੀ ਕ੍ਰਿਸਮਸ ਦੇ ਉੱਤੇ ਕੀ ਲੱਗਦਾ ਹੈ ਇਹੋ ਹੀ ਜਵਾਬ ਫਿਰ ਉਹਨਾਂ ਨੂੰ ਦੇਣਾ ਪੈਣਾ, ਜਾਂ ਕੋਈ ਹੋਪ ਨਜ਼ਰ ਆ ਰਹੀ ਹੈ ਵੀ ਸਰਕਾਰ ਜੇ ਇੱਥੋਂ ਤੱਕ ਅਨਾਊਂਸਮੈਂਟ ਕਰ ਸਕਦੀ ਹੈ ਤਾਂ ਸ਼ਾਇਦ ਇੱਕ ਸਟੈਪ ਹੋਰ ਸਰਕਾਰ ਅੱਗੇ ਵਧ ਰਹੇ ਤੇ ਤੁਹਾਡੇ ਢੰਗ ਤਰੀਕੇ ਦੇ ਨਾਲ ਜਿਹੜੀ ਹੈ ਤੁਹਾਡੀ ਮਦਦ ਕਰ ਸਕਦੀ? ਅਸੀਂ ਇੱਕ ਜੀ ਤੁਹਾਡੇ ਮੀਡੀਆ ਦੇ ਥਰੂ ਇਹ ਗੱਲ ਕਹਿਣੀ ਜ਼ਰੂਰ ਚਾਹੁੰਦੇ ਹਾਂ ਵੀ ਸਾਨੂੰ ਪਲੀਜ਼ ਐਗਰੀਕਲਚਰ ਮਿਨਿਸਟਰ ਆ ਕੇ ਸਾਡਾ ਦੌਰਾ ਕਰੇ, ਮਿਲੇ, ਤੇ ਤਾਂ ਕਿ ਉਹ ਸਾਡੀ ਹਾਲਤ ਦੇਖੇ ਬੇਰੀ ਦੀ ਔਰ ਸਾਡੀ ਪਰਸਨਲ, ਕਿਉਂਕਿ ਸਾਨੂੰ ਬਹੁਤ ਆਸ ਆ, ਅਸੀਂ ਵੋਟਾਂ ਪਾ ਕੇ ਰਾਈਟ ਇਹਨਾਂ ਨੂੰ ਜਿਤਾਇਆ, ਲੈ ਕੇ ਗਏ ਆ ਉਹ ਉੱਪਰ ਤੱਕ। ਸਾਡੀ ਇਹ ਆਸ ਆ ਵੀ ਸਾਨੂੰ ਐਗਰੀਕਲਚਰ ਮਿਨਿਸਟਰ ਮਿਲੇ ਆ ਕੇ। ਤੇ ਨੰਬਰ 2 ਤੇ ਅਰਦਾਸ ਆ ਜੀ, ਬੇਨਤੀ ਆ ਦਾਤੇ ਅੱਗੇ, ਕਰਨਾ ਤਾਂ ਕਰੇ, ਕਰਾਵੇ ਤਾਂ ਆਪੇ ਆਪ, ਤੇ ਪ੍ਰਮਾਤਮਾ ਅੱਗੇ ਅਰਦਾਸ ਆ ਕਿ ਇਹੋ ਜਿਹਾ ਟਾਈਮ ਕਿਸੇ ਦੁਸ਼ਮਣ ਤੇ ਨਾ ਲੈ ਕੇ ਆਵੇ, ਜਿਹੜਾ ਕਿ ਜਿੱਦਾਂ ਦਾ ਪਾਣੀ ਦੀ ਸਿਚੁਏਸ਼ਨ ਹੋਈ ਰਾਈਟ, ਜਿਹੜੀਆਂ ਅਸੀਂ ਮਾਨਸਿਕ ਪੀੜਾਂ ਦੇ ਵਿੱਚ ਹੀ ਗੁਜ਼ਰ ਰਹੇ ਹਾਂ, ਇਹਦਾ ਤਾਂ ਕੋਈ ਮੁੱਲ ਹੀ ਹੈ ਨਹੀਂ ਭੈਣ ਜੀ। ਤੇ ਘਰੇ ਜਾਂਦੇ ਆ, ਪਰਿਵਾਰ ਸਵਾਲ ਕਰਦਾ ਕੀ ਬਣਿਆ, ਤੇ ਕੀ ਦੱਸੀਏ ਜੀ ਕੀ ਬਣਿਆ ਜਦੋਂ ਬਣਿਆ ਹੀ ਕੁਛ ਨਹੀਂ। 34,000 ਦਾ ਖਰਚਾ ਤੇ 8,000 ਦੇ ਰਹੇ ਆ, ਦੇਖ ਲਓ ਤੁਸੀਂ, ਗੈਪ ਤਾਂ ਹੈ ਹੀ ਨਹੀਂ। ਐਂ ਕਹਿ ਸਕਦੇ ਆਪਾਂ, ਹੈ ਨਾ। ਤੇ ਬਸ ਇਹੀ ਅਰਦਾਸ ਬੇਨਤੀ ਆ ਜੀ, ਪ੍ਰਮਾਤਮਾ ਅੱਗੇ ਭਲੀ ਕਰੂਗਾ। ਸੋ ਐਬਸਫੋਰਡ ਦੇ ਇਸ ਏਰੀਏ ਦੇ ਵਿੱਚ ਅਸੀਂ ਜਿੱਥੇ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ ਨਸ਼ਰ ਕੀਤੀਆਂ, ਇੱਥੇ ਆਏ ਤਾਂ ਸੀਗੇ ਇੱਕ ਉਹ ਰਿਪੋਰਟ ਜਾਣਨ ਲਈ ਜਿਹੜੀ ਸਰਕਾਰ ਦੇ ਵੱਲੋਂ ਅਨਾਊਂਸਮੈਂਟ ਹੋਈ ਹੈ, 228 ਮਿਲੀਅਨ ਡਾਲਰ ਇਹਨਾਂ ਦਿੱਤੀ ਹੈ ਹੜ੍ਹ ਪ੍ਰਭਾਵਿਤਾਂ ਵਾਸਤੇ, ਇਹਨਾਂ ਦੀ ਮਦਦ ਕਰਨ ਦੇ ਲਈ ਆਏ ਤਾਂ ਸੀਗੇ ਇਹ ਜਾਣਨ ਵਾਸਤੇ ਵੀ ਉਹਨਾਂ ਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ, ਕੀ ਸਫੀਸ਼ੀਐਂਟ ਹੈ ਰਕਮ, ਕੀ ਉਹ ਖੁਸ਼ ਨੇ। ਪਰ ਬਹੁਤ ਸਾਰੇ ਸਵਾਲ ਲੈ ਕੇ ਜਾ ਰਹੇ ਹਾਂ ਇੱਥੋਂ। ਹੜ੍ਹ ਪ੍ਰਭਾਵਿਤ ਜਿਹੜੇ ਲੋਕ ਨੇ ਉਹ ਖੁਸ਼ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਸਿਰਫ ਇੱਕ ਖਾਨਾ ਪੂਰਤੀ ਵਾਲੀ ਅਨਾਊਂਸਮੈਂਟ ਹੈ, ਜਦਕਿ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ, ਖਰਚੇ ਜਿਹੜੇ ਇੰਨੇ ਕੁ ਜ਼ਿਆਦਾ ਜਿਹਦੀ ਰਿਪੋਰਟ ਸ਼ਾਇਦ ਸਰਕਾਰ ਦੇ ਕੋਲ ਵੀ ਨਹੀਂ ਹੈਗੀ। ਤੇ ਇਸ ਸਵਾਲ ਦੇ ਵਿੱਚ ਆਈ ਥਿੰਕ ਸਰਕਾਰ ਤੱਕ ਇਹ ਜ਼ਰੂਰ ਇੰਟਰਵਿਊ ਪਹੁੰਚ ਸਕਦੀ ਹੈ, ਔਰ ਬਹੁਤ ਸਾਰੇ ਜਿਹੜੇ ਇਹਨਾਂ ਦੇ ਕਿਸਾਨਾਂ ਦੇ ਸਵਾਲ ਹੈਗੇ ਨੇ ਉਹਨਾਂ ਦਾ ਜਵਾਬ ਜਿਹੜਾ ਉਹ ਮੰਗ ਰਹੇ ਨੇ ਸਰਕਾਰ ਤੋਂ। ਤੇ ਨਾਲ ਦੀ ਨਾਲ ਉਹਨਾਂ ਦੀ ਮੰਗ ਹੈ ਕਿ ਖੇਤੀਬਾੜੀ ਜਿਹੜੇ ਮੰਤਰੀ ਨੇ ਉਹ ਇੱਥੇ ਆਉਣ ਤੇ ਹੜ੍ਹ ਪ੍ਰਭਾਵਿਤਾਂ ਦੇ ਜਿਹੜਾ ਉਹ ਸਾਰੇ ਇਲਾਕੇ ਦਾ ਦੌਰਾ ਜ਼ਰੂਰ ਕਰਕੇ ਜਾਣ, ਤਾਂ ਕਿ ਅੱਖੀ ਦੇਖੀ ਰਿਪੋਰਟ ਉਹ ਖੁਦ ਦੇਖ ਸਕਣ ਤੇ ਫਿਰ ਉਹ ਜਾਣਨ ਕਿ ਇਹ 228 ਮਿਲੀਅਨ ਡਾਲਰ ਕੀ ਉਹਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ, ਕੀ ਜ਼ਿੰਦਗੀ ਪਹਿਲਾਂ ਵਰਗੀ ਬਣਾਉਣ ਦੇ ਲਈ ਸਫੀਸ਼ੀਐਂਟ ਨੇ। ਐਬਸਫੋਰਡ ਤੋਂ ਸ਼ਰੀ ਗੌਰਵਾ ਦੇ ਨਾਲ ਅਮਿਤ ਪਨੇਸਰ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।